मैं कंसीव किया तो जो मेरा मुंडा होया उस तो बाद 3 मंथ्स तो बाद मैनू सडनली डिप्रैशन होया स्टार्ट बट मैनू पता नहीं सीगा इनू डिप्रैशन कहते हैं। जो मैं स्टार्ट किया मैं वेट सैक्शन ते गई तो लोग मैनू स्पैशली मुंडे कि इनू की बॉडी बिल्डिंग के विच आना है, इन्हें बॉडी बनानी है, इनू ये की करना चाहती है। नाले फीमेल भी मैनू बहुत ज़्यादा क्रिटिसाइज़ करती सी कि की करना चाहती है, किन्नू की दिखाना, ब्याह हो गया, मुंडा हो गया, हुण किहदे लई कर रही है। मेरे हसबैंड ने मैनू बहुत सपोर्ट की हर टाइम हर जगह पे ही वॉज विथ मी एंड ही इज़ विथ मी। तुहाडा विआह हो गया, तुहाडे बच्चे हो गए, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਲਈ ਕੁਝ ਨਹੀਂ ਕਰ ਸਕਦੇ। ਬੋਡੀ ਤੁਹਾਡੀ ਕਿਵੇਂ ਦੀ ਹੋਵੇ ਜਾਂ ਕਿਵੇਂ ਦੇ ਤੁਸੀਂ ਲੱਗਣੇ ਚਾਹੀਦੇ ਹੋ ਉਹ ਦੂਜਿਆਂ ਦੇ ਲਈ ਜ਼ਰੂਰੀ ਨਹੀਂ ਆ, ਉਹ ਤੁਹਾਡੇ ਆਪਣੇ ਲਈ ਵੀ ਕਿਉਂ ਜ਼ਰੂਰੀ ਹੁੰਦਾ ਹੈ। ਮੇਰਾ ਮੁੰਡਾ ਹੋਇਆ ਸੀ, एवरीवन ਵਾਸ ਹੈਪੀ, ਸਾਰੇ ਖੁਸ਼ ਸੀਗੇ ਬਟ ਮੈਂ ਖੁਸ਼ ਨਹੀਂ ਸੀਗੀ। ਇੱਕ ਇੱਕ ਕਰਕੇ ਸਾਰੇ ਦੇ ਨਾਲ ਮੇਰੇ ਫਰੈਂਡਸ ਵੀ ਮੈਨੂੰ ਛੱਡ ਗਏ ਬਿਕੋਜ਼ ਮੈਂ ਚੂਜ਼ ਕੀਤਾ ਫਿਟਨੈਸ। कहते तू पता नहीं की करने लगी है, तेरा हस्बैंड अर्न कर रहा है, तेरा बच्चा है, यू कैन इंजॉय योर लाइफ। अपने लिए कुछ करना चाहते हो, कुछ बनना चाहते हो अपनी जिंदगी दे विच ते तुसी एक एग्जाम्पल सैट करना चाहते हो दैन यू हैव टू कम आउट ऑफ योर कंफर्ट जोन। तुसी कंफर्ट जोन तो बाहर आके जदों तुसी कुछ करोगे तां ही तुसी कुछ बन पाओगे। एज इज़ जस्ट अ नंबर, डजंट मैटर तुसी 25 दे हो, 30 दे हो, 35 दे हो या 40 दे हो, तुसी कर सकते हो बट वो तुहाडे अंदर होना बहुत ज़रूरी है। आफ्टर प्रेगनेंसी ਤੁਹਾਡੀ ਡਾਈਟ ਜਿਹੜੀ ਹੈ ਤੁਹਾਡੀ ਪਹਿਲੀ ਲਾਈਫ ਦੇ ਨਾਲੋਂ ਡਿਫਰੈਂਟ ਹੋਣੀ ਕਿਉਂ ਜ਼ਰੂਰੀ ਹੈ ਐਂਡ ਤੁਹਾਡੀ ਮੀਲ ਤੁਹਾਡੀ ਡਾਈਟ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਨ ਜਨਰਲ ਇਨਕਲੂਡ ਹੋਣੀਆਂ ਚਾਹੀਦੀਆਂ ਨੇ। ਇਹ ਲਾਈਫਸਟਾਈਲ ਹੈ, ਫਿਟਨੈਸ ਇਜ਼ ਅ ਲਾਈਫਸਟਾਈਲ, ਇਟਸ ਨॉट ਲਾਈਕ ਫॉर ਸ਼ਾਰਟ ਟਰਮ ਵਿਆਹ ਲਈ ਕਰਨਾ ਹੈ ਜਾਂ ਬਰਥਡੇ ਲਈ ਕਰਨਾ ਹੈ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਵੈਸ਼ਨਵੀ ਬੋਰਾ। ਵੈਸ਼ਨਵੀ ਬੋਰਾ ਪ੍ਰੋਫੈਸ਼ਨਲ ਫਿਟਨੈਸ ਟ੍ਰੇਨਰ ਨੇ, ਸਪੋਰਟਸ ਨਿਊਟ੍ਰੀਸ਼ਨਿਸਟ ਨੇ। ਉਹਨਾਂ ਨੂੰ ਅੱਜ ਦੀ ਇਸ ਮੁਲਾਕਾਤ 'ਚ ਲੈ ਕੇ ਆਉਣ ਦਾ ਬਹੁਤ ਵੱਡਾ ਕਾਰਨ ਹੈ ਇੱਕ ਤਾਂ ਉਹਨਾਂ ਦੀ ਜੋ ਕਹਾਣੀ ਹੈ ਉਹ ਬਹੁਤ ਦਿਲਚਸਪ ਹੈ ਅਤੇ ਦੂਸਰੀ ਗੱਲ ਕੁਝ ਲੋਕ ਇੱਦਾਂ ਦੇ ਹੁੰਦੇ ਨੇ ਕਿ ਜਿਹੜੀਆਂ ਸਾਡੀਆਂ ਸਟੀਰੀਓਟਾਈਪਸ ਸੋਚਾਂ ਹੁੰਦੀਆਂ ਨੇ ਜਾਂ ਜੋ ਅਸੀਂ ਕਹਿ ਲੈਂਦੇ ਹਾਂ ਕਿ ਹੁਣ ਤਾਂ ਇਹ ਮੁਮਕਿਨ ਨਹੀਂ ਹੈਗਾ ਜਾਂ ਇਹ ਸੰਭਵ ਨਹੀਂ ਹੈਗਾ, ਉਹਨਾਂ ਸਾਰੀਆਂ ਚੀਜ਼ਾਂ ਤੋਂ ਪਾਰ ਲੰਘ ਕੇ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ। ਮਦਰ ਨੇ, 11 ਸਾਲਾਂ ਦਾ ਉਹਨਾਂ ਦਾ ਬੇਟਾ ਹੈ, ਪਿਛਲੇ 10 ਸਾਲਾਂ ਤੋਂ ਫਿਟਨੈਸ ਦੇ ਵਿੱਚ ਕੰਮ ਕਰ ਰਹੇ ਨੇ। ਪਹਿਲਾਂ ਉਹਨਾਂ ਨੇ ਖੁਦ ਆਪਣੇ ਆਪ ਨੂੰ ਫਿੱਟ ਕੀਤਾ, ਸ਼ੇਪ ਦੇ ਵਿੱਚ ਆਏ ਅਤੇ ਹੁਣ ਗਾਂ ਉਹ ਅੱਗੋਂ ਲੋਕਾਂ ਦੇ ਲਈ ਇੱਕ ਮੋਟੀਵੇਸ਼ਨ ਨੇ, ਉਹਨਾਂ ਦੇ ਲਈ ਉਹ ਕੰਮ ਕਰਦੇ ਨੇ, ਉਹਨਾਂ ਨੂੰ ਟ੍ਰੇਨ ਕਰਦੇ ਨੇ। ਅੱਜ ਅਸੀਂ ਇਸ ਚੀਜ਼ ਦੇ ਉੱਪਰ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਅਕਸਰ ਸਾਡੇ ਸਮਾਜ ਦੇ ਵਿੱਚ ਹੁੰਦਾ ਹੈ ਕਿ ਅਗਰ ਤੁਸੀਂ ਇੱਕ ਔਰਤ ਆ ਜਦੋਂ ਮਾਂ ਬਣ ਜਾਂਦੀ ਆ ਤਾਂ ਯਕੀਨਨ ਉਹਨਾਂ ਦਾ ਭਾਰ ਪਹਿਲਾਂ ਨਾਲੋਂ ਦੁੱਗਣਾ ਹੋ ਜਾਂਦਾ ਆ ਜਾਂ ਫਿਰ ਉਹਦਾ ਜਿਹੜਾ ਸਰੀਰ ਹੈ ਉਸ ਤਰ੍ਹਾਂ ਦਾ ਨਹੀਂ ਦਿਸਦਾ ਜਦੋਂ ਕੁਆਰੇ ਹੁੰਦੇ ਸੀ ਜਾਂ ਮਾਂ ਬਣਨ ਤੋਂ ਪਹਿਲਾਂ ਹੁੰਦੇ ਸੀ। ਤਾਂ ਸਾਡੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਹੋਣਾ ਹੀ ਸੀਗਾ, ਮਦਰ ਬਣਨ ਤੋਂ ਬਾਅਦ ਤਾਂ ਸਰੀਰ ਐਵੇਂ ਹੀ ਦਿਸਦਾ ਹੁੰਦਾ, ਮਦਰ ਬਣਨ ਤੋਂ ਬਾਅਦ ਤਾਂ ਭਾਰ ਵਧ ਹੀ ਜਾਂਦਾ ਹੁੰਦਾ। ਅਤੇ ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਨੇ ਆਪਣੀ ਉਸ ਸ਼ੇਪ ਨੂੰ ਦੇਖ ਕੇ ਜਾਂ ਆਪਣੇ ਵੱਧਦੇ ਭਾਰ ਨੂੰ ਦੇਖ ਕੇ ਡਿਪਰੈਸ਼ਨ ਦੇ ਵਿੱਚ ਚਲੀਆਂ ਜਾਂਦੀਆਂ ਨੇ। ਅਤੇ ਬਿਲਕੁਲ ਐਵੇਂ ਹੀ ਵੈਸ਼ਨਵੀ ਹੋਰਾਂ ਦੇ ਨਾਲ ਵੀ ਹੋਇਆ। ਮਦਰ ਬਣਨ ਤੋਂ ਬਾਅਦ ਉਹ ਆਪਣੇ ਵੇਟ ਨੂੰ ਲੈ ਕੇ, ਆਪਣੇ ਭਾਰ ਨੂੰ ਲੈ ਕੇ ਇੰਨੇ ਜ਼ਿਆਦਾ ਚਿੰਤਿਤ ਹੋ ਗਏ ਕਿ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਏ ਅਤੇ ਉਸ ਤੋਂ ਬਾਅਦ ਫਿਜ਼ੀਕਲ ਐਕਸਰਸਾਈਜ਼ ਨੇ ਜਾਂ ਫਿਟਨੈਸ ਦੇ ਇਸ ਖਿਆਲ ਨੇ ਜਾਂ ਫਿੱਟ ਹੋਣ ਦੇ ਖਿਆਲ ਨੇ ਉਹਨਾਂ ਨੂੰ ਇਸ ਡਿਪਰੈਸ਼ਨ ਤੋਂ ਵੀ ਬਾਹਰ ਕੱਢਿਆ। ਅੱਜ ਪੂਰੀ ਉਹਨਾਂ ਦੀ ਆਪਾਂ ਕਹਾਣੀ ਸੁਣਾਂਗੇ ਕਿ ਕਿਵੇਂ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਅਤੇ ਉਹਨਾਂ ਨੂੰ ਕਿਉਂ ਲੱਗਿਆ ਕਿ ਇੱਕ ਮਦਰ ਦਾ ਵੀ ਫਿੱਟ ਹੋਣਾ ਫਿਜ਼ੀਕਲੀ ਐਂਡ ਮੈਂਟਲੀ ਜ਼ਰੂਰੀ ਹੈ। ਸੋ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਬੀ ਸੋਸ਼ਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ। ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਜਾਣਦੇ ਵੀ ਹੋਣਗੇ ਜਿਹੜੇ ਕਿ ਫਿਟਨੈਸ ਨੂੰ ਲੈ ਕੇ ਥੋੜ੍ਹਾ ਕੰਸਰਨ ਰੱਖਦੇ ਨੇ ਜਾਂ ਵੈਸੇ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨੇ, ਪਰ ਬਹੁਤ ਸਾਰੇ ਉਹ ਵੀ ਲੋਕ ਨੇ ਜਿਹੜੇ ਕਿ ਤੁਹਾਨੂੰ ਨਹੀਂ ਵੀ ਜਾਣਦੇ ਹੋਣਗੇ ਹਾਲੇ ਤੱਕ, ਜਿਹੜੇ ਸੋਸ਼ਲ ਮੀਡੀਆ ਨਾਲ ਕਨੈਕਟਡ ਨਹੀਂ ਹੈਗੇ। ਅਤੇ ਅਗਰ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਜਾਂ ਬੀ ਸੋਸ਼ਲ ਦੇ ਦਰਸ਼ਕਾਂ ਨੂੰ ਦੱਸਣਾ ਹੋਵੇ ਕਿ ਵੈਸ਼ਨਵੀ ਬੋਰਾ ਕੌਣ ਨੇ, ਮੈਂ ਚਾਹੂੰਗੀ ਕਿ ਤੁਸੀਂ ਆਪਣੀ ਜ਼ੁਬਾਨੀ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ। ਮੇਰਾ ਨਾਮ ਵੈਸ਼ਨਵੀ ਬੋਰਾ ਹੈ ਅਤੇ ਮੈਂ ਸਰਟੀਫਾਈਡ ਫਿਟਨੈਸ ਕੋਚ ਅਤੇ ਸਪੋਰਟ ਨਿਊਟ੍ਰੀਸ਼ਨਿਸਟ ਹਾਂ। ਮੇਰਾ ਕੋਈ ਬੈਕਗਰਾਊਂਡ ਨਹੀਂ ਸੀਗਾ ਸਪੋਰਟਸ ਦਾ, ਕਦੇ ਸਕੂਲ ਕਾਲਜ ਦੇ ਵਿੱਚ ਮੈਂ ਕਦੇ ਸਪੋਰਟਸ ਨਹੀਂ ਖੇਡਿਆ। ਅੱਛਾ। ਸੋ ਆਈ ਵਾਸ ਵਰਕਿੰਗ ਵਿਦ MNC ਕੰਪਨੀ TCS ਵਿਆਹ ਤੋਂ ਪਹਿਲਾਂ। ਅਤੇ ਵਿਆਹ ਤੋਂ ਬਾਅਦ ਜਦੋਂ ਵਿਆਹ ਹੋਇਆ ਜ਼ਿੰਦਗੀ ਓਬਵੀਅਸਲੀ ਚੇਂਜ ਹੋ ਜਾਂਦੀ ਹੈ, ਤੁਹਾਡੀ ਪ੍ਰਾਇਓਰਿਟੀਜ਼ ਚੇਂਜ ਹੋ ਜਾਂਦੀ ਹੈ।
ਸੋ ਮੇਰੇ ਹਸਬੈਂਡ ਦੀ ਜੌਬ ਟਰਾਂਸਫਰੇਬਲ ਸੀਗੀ, ਸੋ ਮੈਂ ਜੌਬ ਕੰਟੀਨਿਊ ਨਹੀਂ ਕਰ ਸਕੀ, ਮੈਨੂੰ ਗਿਵ ਅਪ ਕਰਨਾ ਪਿਆ। ਤੇ ਉਸ ਤੋਂ ਬਾਅਦ ਮੈਂ ਕਨਸੀਵ ਕੀਤਾ ਤੇ ਜਦੋਂ ਮੇਰਾ ਮੁੰਡਾ ਹੋਇਆ ਉਸ ਤੋਂ ਬਾਅਦ 3 ਮੰਥਸ ਤੋਂ ਬਾਅਦ ਮੈਨੂੰ ਸਡਨਲੀ ਡਿਪਰੈਸ਼ਨ ਹੋਇਆ ਸਟਾਰਟ, ਬਟ ਮੈਨੂੰ ਪਤਾ ਨਹੀਂ ਸੀਗਾ ਇਹਨੂੰ ਡਿਪਰੈਸ਼ਨ ਕਹਿੰਦੇ। ਆਈ ਯੂਜ਼ਡ ਟੂ ਕਰਾਈ, ਮੈਂ ਰੋਂਦੀ ਸੀਗੀ, ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰਾਂਗੀ ਕੀ ਨਹੀਂ। ਇੱਕ ਦਿਮਾਗ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਹੁਣ ਮੇਰੀ ਲਾਈਫ ਕੀ ਹੈ, ਮੈਂ ਕੀ ਕਰਾਂਗੀ ਆਪਣੀ ਲਾਈਫ ਦੇ ਵਿੱਚ। ਤੇ ਮੈਂ ਜਦੋਂ ਰੋਂਦੀ ਰਹਿੰਦੀ ਸੀ, ਮੇਰੇ ਹਸਬੈਂਡ, ਮੇਰੇ ਫੈਮਿਲੀ ਸਾਰੇ ਪਰੇਸ਼ਾਨ ਸੀਗੇ ਕਿ ਇਹਨੂੰ ਕੀ ਹੋਇਆ ਹੈ। ਤੇ ਡਾਕਟਰ ਦੇ ਕੋਲ ਗਏ ਤੇ ਡਾਕਟਰ ਨੇ ਦੱਸਿਆ ਕਿ ਇਹਨੂੰ ਪੋਸਟਮਾਰਟਮ ਡਿਪਰੈਸ਼ਨ ਹੈਗਾ। ਤੇ ਮੋਸਟਲੀ ਇੰਡੀਆ ਦੇ ਵਿੱਚ ਕਾਫੀ ਫੀਮੇਲ ਨੂੰ ਜਦੋਂ ਡਿਲੀਵਰੀ ਤੋਂ ਬਾਅਦ ਹੁੰਦਾ ਹੈ, ਬਟ ਉਹਨੂੰ ਟਾਈਮ ਦੇ ਨਾਲ ਜੇ ਠੀਕ ਨਾ ਕੀਤਾ ਜਾਏ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮਸ ਵੱਧ ਸਕਦੀਆਂ ਨੇ। ਤੇ ਡਾਕਟਰ ਨੇ ਕਿਹਾ ਕਿ ਉਹਨੂੰ ਜੋ ਪਸੰਦ ਹੈ, ਉਹਦਾ ਕੌਨਫੀਡੈਂਸ ਕਿੱਦਾਂ ਤੁਸੀਂ ਵਾਪਸ ਲੈ ਕੇ ਆ ਸਕਦੇ ਹੋ, ਜੋ ਉਹਨੂੰ ਪਸੰਦ ਹੈ ਉਹ ਤੁਸੀਂ ਕਰਨ ਦਿਓ ਇਹਨੂੰ। ਤੇ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਕੀ ਕਰਨਾ ਕੀ ਨਹੀਂ। ਤੇ ਮੈਂ ਹੌਲੇ ਹੌਲੇ ਐਕਸਰਸਾਈਜ਼ ਸਟਾਰਟ ਕੀਤੀ, ਐਰੋਬਿਕਸ, ਬੋਡੀ ਵੇਟ ਐਕਸਰਸਾਈਜ਼ ਉਹ ਸਟਾਰਟ ਕੀਤੀ। ਉਸ ਤੋਂ ਬਾਅਦ 6 ਮਹੀਨੇ ਮੈਂ ਘਰ ਦੇ ਵਿੱਚ ਮਤਲਬ ਸਾਰਾ ਕੁਝ ਵਰਕਆਊਟ ਵਗੈਰਾ ਸਟਾਰਟ ਕੀਤਾ। ਉਸ ਤੋਂ ਬਾਅਦ ਮੈਂ ਜਿਮ ਸਟਾਰਟ ਕੀਤਾ। ਤੇ ਜਦੋਂ ਜਿਮ ਸਟਾਰਟ ਕੀਤਾ ਉਸ ਤੋਂ ਬਾਅਦ ਨੈਕਸਟ ਹੋਰ ਸਟਰਗਲ ਮੇਰੀ ਸਟਾਰਟ ਹੋਈ, ਬਿਕੋਜ਼ ਮੈਨੂੰ ਨੌਲੇਜ ਨਹੀਂ ਸੀਗੀ, ਮੈਂ ਕੋਈ ਸਰਟੀਫਾਈਡ ਫਿਟਨੈਸ ਕੋਚ ਉਸ ਟਾਈਮ ਨਹੀਂ ਸੀਗੀ। ਸੋ ਜਦੋਂ ਮੈਂ ਸਟਾਰਟ ਕੀਤਾ ਮੈਂ ਵੇਟ ਸੈਕਸ਼ਨ 'ਤੇ ਗਈ ਤੇ ਲੋਕੀ ਮੈਨੂੰ ਸਪੈਸ਼ਲੀ ਮੁੰਡੇ ਕਿ ਇਹਨੂੰ ਕੀ ਬਾਡੀ ਬਿਲਡਿੰਗ ਦੇ ਵਿੱਚ ਆਉਣਾ ਹੈ, ਇਹਨੇ ਬਾਡੀ ਬਣਾਉਣੀ ਹੈ, ਇਹਨੂੰ ਇਹ ਕੀ ਕਰਨਾ ਚਾਹੁੰਦੀ ਹੈ। ਨਾਲੇ ਫੀਮੇਲ ਵੀ ਮੈਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰਦੀ ਸੀਗੀ ਕਿ ਕੀ ਕਰਨਾ ਚਾਹੁੰਦੀ ਹੈ, ਕਿਹਨੂੰ ਕੀ ਦਿਖਾਣਾ, ਵਿਆਹ ਹੋ ਗਿਆ, ਮੁੰਡਾ ਹੋ ਗਿਆ, ਹੁਣ ਕਿਹਦੇ ਲਈ ਕਰ ਰਹੀ ਹੈ। ਯੂ ਨੋ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੁੰਦੇ ਹੈ। ਕੋਈ ਵੀ ਤੁਸੀਂ ਫਿਟਨੈਸ ਦੇ ਨਹੀਂ ਕੁਝ ਹੋਰ ਵੀ ਕਰ ਰਹੇ ਹੋ, ਆਪਣੇ ਲਈ ਜਦੋਂ ਤੁਸੀਂ ਕੁਝ ਕਰਦੇ ਹੋ ਤੁਹਾਨੂੰ ਕ੍ਰਿਟਿਸਿਜ਼ਮ ਮਿਲੂਗਾ ਹੀ ਮਿਲੂਗਾ। ਸੋ ਹੌਲੇ ਹੌਲੇ ਮੈਂ ਕਿਸੇ ਦਾ ਨਹੀਂ ਸੁਣਿਆ। ਓਬਵੀਅਸਲੀ ਤੁਹਾਨੂੰ ਇੱਕ ਟਾਈਮ ਹੁੰਦਾ ਹੈ ਕਿ ਯਾਰ ਲੋਕੀ ਮੈਨੂੰ ਇੰਨਾ ਜ਼ਿਆਦਾ ਬੋਲਦੇ ਆ, ਮੈਂ ਠੀਕ ਕਰ ਰਹੀ ਹਾਂ, ਮੈਂ ਸਹੀ ਰਸਤੇ 'ਤੇ ਜਾ ਰਹੀ ਹਾਂ ਜਾਂ ਨਹੀਂ ਜਾ ਰਹੀ ਹਾਂ। ਸੋ ਉਹਦੇ ਵਿੱਚ ਬਸ ਮੈਂ ਹੋਰ ਕੁਝ ਨਹੀਂ ਸੋਚਿਆ ਕਿ ਮੈਂ ਕਿਸੇ ਦਾ ਸੁਣਨਾ ਨਹੀਂ ਹੈ, ਮੈਂ ਆਪਣਾ ਜੋ ਕਰਨਾ ਹੈ ਉਹ ਕਰਨਾ ਹੈ। ਤੇ ਮੈਂ ਕਦੇ ਪ੍ਰੋਫੈਸ਼ਨ ਇਹਨੂੰ ਬਣਾਉਂਗੀ ਉਹ ਡਿਸਾਈਡਡ ਨਹੀਂ ਸੀਗਾ। ਅੱਛਾ, ਹੌਲੇ ਹੌਲੇ ਮੇਰਾ weight ਰਿਡਿਊਸ ਹੋਣਾ ਸਟਾਰਟ ਹੋਇਆ ਤੇ ਮੈਨੂੰ ਸਲੋਲੀ ਐਂਡ ਗ੍ਰੈਜੂਅਲੀ ਫੀਮੇਲਸ ਵੀ ਅਪਰੀਸ਼ੀਏਟ ਕਰਨ ਲੱਗੀ ਕਿ ਤੁਸੀਂ ਬਹੁਤ ਮੋਟੀਵੇਟ ਕਰਦੇ ਹੋ, ਤੁਸੀਂ ਜਿਮ ਦੇ ਵਿੱਚ ਜਦੋਂ ਐਕਸਰਸਾਈਜ਼ ਕਰਦੇ ਹੋ ਤੁਸੀਂ ਕਿਸੇ ਦੇ ਨਾਲ ਗੱਲ ਨਹੀਂ ਕਰਦੇ ਹੋ, ਬਸ ਆਪਣਾ ਵਰਕਆਊਟ 'ਤੇ ਫੋਕਸ ਕਰਦੇ ਹੋ। ਸੋ ਫਿਰ ਮੈਂ ਸੋਚਿਆ ਕਿ ਕਿਉਂ ਮੈਂ ਆਪਣੀ ਜਰਨੀ ਆਈ ਸ਼ੁੱਡ ਸ਼ੇਅਰ ਵਿਦ ਦ ਆਡੀਅੰਸ। ਸੋ ਉਸ ਟਾਈਮ ਮੈਂ ਸੋਸ਼ਲ ਮੀਡੀਆ ਦੇ ਥਰੂ, ਫੇਸਬੁੱਕ ਦੇ ਥਰੂ ਮੈਂ ਆਪਣੀ ਜਰਨੀ ਸਟਾਰਟ ਕੀਤੀ। ਜੋ ਵੀ ਮੈਂ ਕਰਦੀ ਸੀਗੀ ਵਰਕਆਊਟ, ਡਾਇਟ ਐਂਡ ਜੋ ਮੇਰੀ ਲਾਈਫ ਦੇ ਵਿੱਚ ਸਟਰਗਲ ਸੀਗੀ, ਬਿਕੋਜ਼ ਓਬਵੀਅਸਲੀ ਜਿਮ ਇਟਸ ਅ ਟੈਬੂ ਸਪੈਸ਼ਲੀ ਫॉर ਫੀਮੇਲ ਇਨ ਪੰਜਾਬ ਸਪੈਸ਼ਲੀ। ਹੁਣ ਤਾਂ ਚਲੋ ਟਾਈਮ ਕਾਫੀ ਚੇਂਜ ਹੋ ਗਿਆ ਹੈ, ਬਟ ਅੱਜ ਤੋਂ 10 ਸਾਲ ਪਹਿਲੇ ਬਹੁਤ ਜ਼ਿਆਦਾ ਡਿਫਰੈਂਟ ਸੀਗਾ। ਸੋ ਮੇਰੀ ਫੈਮਿਲੀ, ਮੇਰੇ ਇਨ-ਲॉज ਬਹੁਤ ਜ਼ਿਆਦਾ ਨੈਰੋ ਮਾਈਂਡਡ ਹੈ, ਉਹ ਬਹੁਤ ਰਿਜ਼ਰਵਡ ਹੈ। ਸੋ ਉਹਨਾਂ ਨੂੰ ਨਹੀਂ ਪਸੰਦ ਸੀਗਾ ਕਿ ਸਾਡੀ ਨੂੰ ਇੱਦਾਂ ਜਿਮ ਜਾਵੇ, ਵਰਕਆਊਟ ਕਰੇ। ਸੋ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਸਪੋਰਟ ਕੀਤੀ ਹਰ ਟਾਈਮ, ਹਰ ਜਗ੍ਹਾ ਪੇ ਹੀ ਵਾਜ਼ ਵਿਥ ਮੀ ਐਂਡ ਹੀ ਇਜ਼ ਵਿਥ ਮੀ। ਸੋ ਫਿਰ ਮੈਂ ਜਦੋਂ ਜਰਨੀ ਸਟਾਰਟ ਕੀਤੀ ਉਸ ਤੋਂ ਬਾਅਦ ਮੈਂ ਸਰਟੀਫਿਕੇਸ਼ਨ ਦਾ ਕੋਰਸ ਮੈਂ ਕੀਤਾ ISSA US ਤੋਂ, ਆਨਲਾਈਨ ਫਿਟਨੈਸ ਪਰਸਨਲ ਟ੍ਰੇਨਰ ਕੋਰਸ ਐਂਡ ਸਪੋਰਟ ਨਿਊਟ੍ਰੀਸ਼ਨਿਸਟ। ਤੇ 6-8 ਮਹੀਨੇ ਦਾ ਕੋਰਸ ਸੀਗਾ। ਉਸ ਤੋਂ ਬਾਅਦ ਮੈਂ ਹੌਲੇ ਹੌਲੇ ਟ੍ਰੇਨਿੰਗ ਐਂਡ ਸਪੈਸ਼ਲੀ ਫੀਮੇਲਸ ਨੂੰ ਮੈਂ ਚੇਂਜ ਦ ਮਾਈਂਡਸੈਟ, ਨਿਊਟ੍ਰੀਸ਼ਨ ਐਂਡ ਉਹਦੇ ਬਾਰੇ ਮੈਂ ਮੋਟੀਵੇਟ ਕਰਦੀ ਹਾਂ। ਸੋ ਕਦੇ ਵੀ ਬਾਡੀ ਸ਼ੇਮਿੰਗ ਮੈਂ ਸੋਸ਼ਲ ਮੀਡੀਆ ਦੇ ਥਰੂ ਜਾਂ ਕਿਸੇ ਵੀ ਉਸ ਟੌਪਿਕ 'ਚ ਮੈਂ ਕਦੇ ਵੀ ਗੱਲ ਨਹੀਂ ਕੀਤੀ ਹੈ, ਨਾ ਮੈਂ ਕਦੇ ਕਰਾਂਗੀ। ਬਟ ਮੇਰਾ ਮੋਟਿਵ ਇਹ ਹੈ ਕਿ ਤੁਹਾਡਾ ਵਿਆਹ ਹੋ ਗਿਆ, ਤੁਹਾਡੇ ਬੱਚੇ ਹੋ ਗਏ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਲਈ ਕੁਝ ਨਹੀਂ ਕਰ ਸਕਦੇ। ਬਿਲਕੁਲ, ਤੁਸੀਂ ਆਪਣਾ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ। ਨਾਲੇ ਫਿਟਨੈਸ ਇੱਦਾਂ ਦੀ ਚੀਜ਼ ਹੈ ਕਿ ਤੁਹਾਨੂੰ ਫਿਜ਼ੀਕਲੀ ਨਹੀਂ ਬਟ ਮੈਂਟਲੀ ਵੀ ਬਹੁਤ ਜ਼ਿਆਦਾ ਟਰਾਂਸਫਾਰਮ ਕਰਦੀ ਹੈ। ਬਿਲਕੁਲ, ਬਿਕੋਜ਼ ਸਾਰਿਆਂ ਦਾ ਪ੍ਰੋਫੈਸ਼ਨ ਫਿਟਨੈਸ ਨਹੀਂ ਹੁੰਦਾ ਹੈ। ਕੋਈ ਹੋਰ ਜੌਬ ਦੇ ਵਿੱਚ ਹੈ, ਕਿਸੇ ਦਾ ਬਿਜ਼ਨਸ ਹੈ, ਕੋਈ ਕੁਝ ਕਰ ਵੀ ਨਹੀਂ ਰਿਹਾ ਹੈ, ਭਾਵੇਂ ਹੋਮ ਮੇਕਰ ਹੀ ਹੈ, ਤੁਸੀਂ ਹਾਊਸ ਵਾਈਫ ਹੀ ਹੋ, ਬਟ ਸਟਿਲ ਫਿਟਨੈਸ ਤੁਹਾਡੀ ਲਾਈਫ 'ਚ ਡਿਸਿਪਲਿਨ, ਫੋਕਸ, ਡਿਟਰਮੀਨੇਸ਼ਨ, ਉਹ ਸਾਰੀ ਚੀਜ਼ਾਂ ਲੈ ਕੇ ਆਉਂਦਾ ਹੈ। ਤੇ
ਬਹੁਤ ਜ਼ਿੰਦਗੀ ਦੇ ਵਿੱਚ ਵਿਲ ਪਾਵਰ, ਤੁਹਾਡੀ ਲਾਈਫ ਦੇ ਵਿੱਚ ਵਿਲ ਪਾਵਰ ਤੇ ਇੱਕ ਸਟਰੋਂਗ ਮਾਈਂਡਸੈਟ ਤੁਸੀਂ ਡਿਵੈਲਪ ਕਰਦੇ ਹੋ। ਮੈਂ ਜਿਵੇਂ ਤੁਸੀਂ ਕਿਹਾ ਕਿ 10 ਸਾਲ ਪਹਿਲਾਂ ਕੁਝ ਸਮਾਂ ਹੋਰ ਹੁੰਦਾ ਸੀਗਾ, ਉਦੋਂ ਲੋਕਾਂ ਦੇ ਲਈ ਜਿਮ ਬਹੁਤ ਵੱਡੀ ਗੱਲ ਹੁੰਦੀ ਸੀ, ਪਰ ਮੈਂ ਕਹੂੰਗੀ ਕਿ 10 ਸਾਲ ਬਾਅਦ ਵੀ ਹੈ, ਭਾਵੇਂ ਸਾਡੀਆਂ ਬਹੁਤ ਸਾਰੀਆਂ ਕੁੜੀਆਂ ਜਾਂਦੀਆਂ ਨੇ, ਪਰ ਅੱਜ ਵੀ ਜਦੋਂ ਸਾਨੂੰ ਕਿਸੇ ਬਾਰੇ ਪਤਾ ਲੱਗਦਾ ਹੈ ਕਿ ਅੱਛਾ ਉਹ ਮੈਰਿਡ ਆ, ਅੱਛਾ ਬੱਚੇ ਵੀ ਨੇਗੇ, ਹਾਂ ਬਹੁਤ ਸੋਹਣੀ ਆ, ਬਹੁਤ ਫਿੱਟ ਆ, ਜਿਮ ਜਾਂਦੀ ਆ, ਹਲੇ ਵੀ ਅਸੀਂ ਉਸ ਚੀਜ਼ ਨੂੰ ਅੰਡਰਲਾਈਨ ਕਰਕੇ ਦੱਸਦੇ ਹਾਂ ਕਿ ਉਹ ਜਿਮ ਜਾਂਦੀ ਹੈ, ਹੈ ਨਾ। ਜਿਵੇਂ ਸਾਡੇ ਆਮ ਸੁਸਾਇਟੀ ਦੇ ਵਿੱਚ ਇਹ ਡਿਸਕਸ਼ਨ ਹੁੰਦੀ ਆ ਕਿ ਵਿਆਹ ਤੋਂ ਪਹਿਲਾਂ ਕੁੜੀ ਫਿੱਟ ਹੋਣੀ ਜ਼ਰੂਰੀ ਹੈ, ਫਿੱਟ ਮਤਲਬ ਪਤਲੀ ਹੋਣੀ ਜ਼ਰੂਰੀ ਆ, ਤਾਂ ਕਿ ਇਹਦਾ ਵਿਆਹ ਹੋ ਜਾਵੇ, ਕਿਉਂਕਿ ਮੋਟੀ ਕੁੜੀਆਂ ਦਾ ਸਾਨੂੰ ਲੱਗਦਾ ਕਿ ਵਿਆਹ ਕਰਨਾ ਔਖਾ ਹੁੰਦਾ ਆ, ਵਿਆਹ ਵਾਲੇ ਦਿਨ ਨਹੀਂ ਇਹ ਸੋਹਣੀ ਲੱਗਣੀ, ਇਹਦੇ ਆਊਟਫਿਟ ਨਹੀਂ ਸੋਹਣਾ ਲੱਗਣਾ ਪਾਇਆ ਹੋਇਆ, ਤੇ ਸਡਨਲੀ ਜਦੋਂ ਸਾਡਾ ਵਿਆਹ ਹੋ ਜਾਂਦਾ ਸਾਰਿਆਂ ਦੀ ਉਹ ਪਰਸੈਪਸ਼ਨ ਚੇਂਜ ਹੋ ਜਾਂਦੀ ਆ। ਹੁਣ ਤਾਂ ਜਿਹਨੇ ਪਸੰਦ ਕਰਨਾ ਸੀ ਕਰ ਲਿਆ, ਹੈ ਨਾ, ਪਰ ਮੈਨੂੰ ਲੱਗਦਾ ਕਿ ਹਲੇ ਵੀ ਉਸ ਸੋਚ ਦੇ ਲੋਕਾਂ ਨੂੰ, ਜਾਂ ਉਹ ਜਿਹੜੀ ਇੱਕ ਸੋਚ ਆ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਡਾ ਪਤਲੇ ਹੋਣਾ, ਫਿੱਟ ਹੋਣਾ ਉਹ ਦੂਜਿਆਂ ਦੇ ਲਈ ਹੈ, ਉਹ ਸਾਡੇ ਆਪਣੇ ਲਈ ਨਹੀਂ ਹੈ। ਖਾਸ ਤੌਰ 'ਤੇ ਜਦੋਂ ਮੇਰੀ ਬੇਟੀ ਹੋਈ ਤਾਂ ਮੈਨੂੰ ਵੀ ਹਲਕਾ ਡਿਪਰੈਸ਼ਨ ਸੀਗਾ ਇਸ ਚੀਜ਼ ਦਾ। ਇੱਕ ਤਾਂ ਸੀਗਾ ਕਿ ਜੌਬ ਡਿਸਕੰਟੀਨਿਊ ਹੋਈ ਉਸ ਟਾਈਮ 'ਤੇ ਉੱਪਰ, ਤੇ ਥੋੜਾ ਜਿਹਾ ਮੇਰਾ weight gain ਹੋਇਆ ਨਾ, ਤੇ ਅੱਜ ਵੀ ਜਦੋਂ ਮੈਂ ਕਹਿ ਦਿੰਦੀ ਹਾਂ ਕਿ ਐਬਡੋਮੀਨਲ ਮੇਰਾ ਟਮੀ ਹੈ, ਫੈਟ ਹੈ ਮੈਨੂੰ, ਹੈ ਨਾ, ਤਾਂ ਕਹਿ ਦਿੰਦੇ ਨੇ ਇਹ ਤਾਂ ਇੱਦਾਂ ਹੀ ਰਹੂਗੀ। ਮੈਂ ਕਿਹਾ ਨਹੀਂ, ਇੱਦਾਂ ਨਹੀਂ ਰਹਿ ਸਕਦੀ, ਜੇ ਮੈਂ ਚਾਹਾਂ ਇਹ ਜਾ ਸਕਦੀ ਹੋ ਸਕਦਾ ਹੈ ਨਾ। ਤੇ ਉਹ ਸੋਚ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਖਾਸ ਤੌਰ ਤੇ ਕੁੜੀਆਂ ਵੀ ਇਹ ਸੋਚ ਲੈਂਦੀਆਂ ਹੁਣ ਤਾਂ ਵਿਆਹ ਹੋ ਗਿਆ, ਬੱਚੇ ਹੋ ਗਏ, ਬਾਡੀ ਤੁਹਾਡੀ ਕਿਵੇਂ ਦੀ ਹੋਵੇ ਜਾਂ ਕਿਵੇਂ ਦੇ ਤੁਸੀਂ ਲੱਗਣੇ ਚਾਹੀਦੇ ਹੋ, ਉਹ ਦੂਜਿਆਂ ਦੇ ਲਈ ਜ਼ਰੂਰੀ ਨਹੀਂ ਆ, ਉਹ ਤੁਹਾਡੇ ਆਪਣੇ ਲਈ ਵੀ ਕਿਉਂ ਜ਼ਰੂਰੀ ਹੁੰਦਾ ਹੈ? ਮੈਂ ਚਾਹੂੰਗੀ ਕਿ ਇਹਦੇ ਉੱਪਰ ਤੁਸੀਂ ਕੁਝ ਕਹੋ। ਤੁਸੀਂ ਵਰਕਆਊਟ ਕਰਦੇ ਹੋ, ਤੁਸੀਂ ਹੈਲਦੀ ਖਾਣਾ ਖਾ ਰਹੇ ਹੋ, ਉਹ ਤੁਸੀਂ ਕਿਸੇ ਦੇ ਲਈ ਨਹੀਂ ਕਰ ਰਹੇ ਹੋ, ਤੁਸੀਂ ਆਪਣੇ ਲਈ ਕਰ ਰਹੇ ਹੋ। ਨਾਲੇ ਤੁਹਾਡੀ ਫੈਮਿਲੀ ਦੇ ਵਿੱਚ ਭਾਵੇਂ ਤੁਹਾਡੇ ਹਸਬੈਂਡ ਹੈ, ਬੱਚੇ ਹੈ, ਹੋਰ ਵੀ ਫੈਮਿਲੀ ਮੈਂਬਰ ਹੈ, ਉਹ ਤੁਹਾਨੂੰ ਦੇਖ ਕੇ ਇੰਸਪੀਰੇਸ਼ਨ ਹੋਊਗੀ, ਉਹਨਾਂ ਨੂੰ ਵੀ ਮਿਲੂਗੀ ਇੰਸਪੀਰੇਸ਼ਨ ਕਿ ਯਾਰ ਉਹ ਸਾਰਾ ਦਾ ਧਿਆਨ ਰੱਖ ਰਹੀ ਹੈ, ਨਾਲ ਦੇ ਨਾਲ ਆਪਣਾ ਵੀ ਧਿਆਨ ਰੱਖ ਰਹੀ ਹੈ, ਰਾਈਟ। ਸੋ ਇੱਦਾਂ ਨਹੀਂ ਹੈ ਕਿ ਤੁਸੀਂ ਕਿਸੇ ਦੇ ਲਈ ਕਰ ਰਹੇ ਹੋ, ਤੁਸੀਂ ਆਪਣੇ ਲਈ ਕਰ ਰਹੇ ਹੋ। ਐਂਡ ਕਦੇ ਵੀ ਲਾਈਫ ਦੇ ਵਿੱਚ ਜੋ ਵੀ ਕਰਨਾ ਹੋਵੇ ਤੁਸੀਂ ਆਪਣੇ ਲਈ ਕਰੋ, ਕਿਸੇ ਨੂੰ ਪ੍ਰੂਵ ਕਰਨ ਲਈ ਜਾਂ ਕਿਸੇ ਨੂੰ ਦਿਖਾਉਣ ਲਈ ਨਹੀਂ ਕਰਨਾ ਹੈ। ਨਾਲੇ ਡੈਫੀਨੇਟਲੀ ਵਿਆਹ ਤੋਂ ਬਾਅਦ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਵਿਆਹ ਤੋਂ ਪਹਿਲਾਂ ਤੁਹਾਡੀ ਮੰਮੀ ਡੈਡੀ ਤੁਹਾਡੀ ਕੇਅਰ ਕਰਦੇ ਹੈ, ਵਿਆਹ ਤੋਂ ਬਾਅਦ ਐਵਰੀਵਨ ਦੇ ਐਕਸਪੈਕਟ ਕਿ ਯਾਰ ਹੁਣ ਦੇਖਦੇ ਆ ਨੂੰ ਸਾਡਾ ਧਿਆਨ ਕਿੱਦਾਂ ਰੱਖ ਰਹੀ ਹੈ। ਓਬਵੀਅਸਲੀ ਰਿਸਪੌਂਸਿਬਿਲਿਟੀ ਵੱਧ ਜਾਂਦੀ ਹੈ, ਬਟ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬੈਲੈਂਸ ਕਰਕੇ। ਤੇ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੀਆਂ, ਮੈਂ ਇਹ ਜਾਣਨਾ ਚਾਹੂੰਗੀ ਕਿ ਜਿਵੇਂ ਤੁਸੀਂ ਕਿਹਾ ਜਿੱਦਾਂ ਮੇਰੇ ਗਾਇਨਕੋਲੋਜਿਸਟ ਕਹਿੰਦੇ ਸੀਗੇ ਕਿ 10 ਚੋਂ 8 ਲੇਡੀਜ਼ ਨੂੰ ਡਿਪਰੈਸ਼ਨ ਹੁੰਦਾ ਹੀ ਹੁੰਦਾ ਆ ਆਫਟਰ ਪ੍ਰੈਗਨੈਂਸੀ, ਹੈ ਨਾ। ਪਰ ਕਈ ਵਾਰੀ ਅਸੀਂ ਉਹ ਸਿੰਪਟਮਸ ਨਹੀਂ ਸਮਝ ਪਾਉਂਦੇ ਕਿ ਐਕਚੁਅਲ 'ਚ ਡਿਪਰੈਸ਼ਨ 'ਚ ਆ, ਜਾਂ ਕਈ ਵਾਰੀ ਆਪਾਂ ਕਹਿੰਦੇ ਆ ਕਿ ਸ਼ਾਇਦ ਇਹਨੂੰ ਬੱਚਾ ਸੰਭਾਲਣਾ ਨਹੀਂ ਆ ਰਿਹਾ, ਜਾਂ ਬੱਚਾ ਇਹਨੂੰ ਬੋਝ ਲੱਗਦਾ ਆ, ਹੈ ਨਾ, ਜਾਂ ਇਹਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਕੁਛ ਮਤਲਬ ਇੱਦਾਂ ਦੀ ਡਿਸਟਰਬੈਂਸ ਆ ਗਈ ਆ, ਇਸੇ ਕਰਕੇ ਇੱਦਾਂ ਰਿਐਕਟ ਕਰ ਰਹੀ ਆ ਨਾ। ਪਰ ਉਹ ਕਿਹੜੇ ਸਿੰਪਟਮਸ ਤੁਹਾਡੇ ਸੀਗੇ, ਜਾਂ ਕਿਹੜੇ ਸਿੰਪਟਮਸ ਨੇ ਜਿਹਦੇ ਤੋਂ ਫੈਮਲੀਜ਼ ਵੀ ਇਹ ਸਮਝ ਸਕਣ, ਅਤੇ ਜੋ ਖੁਦ ਇੱਕ ਲੇਡੀ ਜਿਹੜੀ ਸਰਵਾਈਵ ਕਰ ਰਹੀ ਹੈ ਡਿਪਰੈਸ਼ਨ ਤੋਂ, ਉਹ ਵੀ ਇਸ ਚੀਜ਼ ਨੂੰ ਆਇਡੈਂਟੀਫਾਈ ਕਰ ਸਕੇ ਕਿ ਮੈਂ ਪੋਸਟਮਾਰਟਮ ਡਿਪਰੈਸ਼ਨ ਦੇ ਵਿੱਚ ਹਾਂ। ਮੈਨੂੰ ਵੀ ਨਹੀਂ ਪਤਾ ਸੀਗਾ ਕਿ ਇਹਨੂੰ ਡਿਪਰੈਸ਼ਨ ਕਹਿੰਦੇ। ਆਈ ਯੂਜ਼ਡ ਟੂ ਕਰਾਈ, ਮੈਂ ਰੋਂਦੀ ਰਹਿੰਦੀ ਸੀ, ਮੇਰਾ ਕਿਸੇ ਦੇ ਨਾਲ ਗੱਲ ਕਰਨ ਦਾ ਦਿਲ ਨਹੀਂ ਕਰਦਾ ਸੀ, ਮੈਂ ਬਾਹਰ ਨਹੀਂ ਜਾਂਦੀ ਸੀ, ਮੈਨੂੰ ਕਹਿੰਦੇ ਸੀ ਚੱਲ ਇੱਥੇ ਜਾਵੇਂ, ਇੱਥੇ ਘੁੰਮ ਕੇ। ਮੇਰਾ ਕਦੇ ਕਿਸੇ ਚੀਜ਼ ਦੇ ਇੰਟਰਸਟ ਹੀ ਮੇਰਾ ਸਾਰਾ ਕੁਝ ਚੱਲ ਗਿਆ ਸੀ, ਨਾਲੇ ਮੈਂ ਰੋਂਦੀ ਰਹਿੰਦੀ ਸੀ। ਓਬਵੀਅਸਲੀ ਮੇਰਾ ਮੁੰਡਾ ਹੋਇਆ ਸੀ, ਐਵਰੀਵਨ ਵਾਸ ਹੈਪੀ, ਸਾਰੇ ਖੁਸ਼ ਸੀਗੇ, ਬਟ ਮੈਂ ਖੁਸ਼ ਨਹੀਂ ਸੀਗੀ। ਮੈਨੂੰ ਮਾਈਂਡ 'ਚ ਇੱਦਾਂ ਹੋ ਰਿਹਾ ਸੀ ਕਿ ਮੈਂ ਹੁਣ ਕੀ ਕਰਾਂਗੀ ਆਪਣੀ ਲਾਈਫ ਦੇ ਵਿੱਚ, ਨਾਲੇ ਮੈਂ ਰੋਂਦੀ ਰਹਿੰਦੀ ਸੀ। ਦੈਨ ਮੈਂ ਡਾਕਟਰ ਦੇ ਕੋਲ ਗਈ, ਮੇਰੇ ਹਸਬੈਂਡ ਮੈਨੂੰ ਲੈ ਕੇ ਗਏ, ਬਿਕੋਜ਼ ਉਹ ਚੀਜ਼ ਬਹੁਤ ਜ਼ਰੂਰੀ ਹੈ। ਅਸੀਂ ਐਜ਼ ਅ ਵਿਮਨ ਆਪਾਂ ਨਿਗਲੈਕਟ ਕਰ ਦਿੰਦੇ ਕਿ ਇਹ ਤਾਂ ਨਾਰਮਲ ਹੈ, ਇੱਦਾਂ ਹੁੰਦਾ ਹੈ ਨਾ, ਬਟ ਉਹ ਚੀਜ਼ ਨੂੰ ਕਿਉਰ ਕਰਨਾ ਤੇ ਉਹਨੂੰ ਓਵਰਕਮ ਕਰਨਾ ਬਹੁਤ ਜ਼ਰੂਰੀ ਹੈ। ਮੈਂ ਚਾਹੂੰਗੀ ਕਿ ਤੁਸੀਂ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸੋ। ਬਹੁਤ ਸਾਰੀਆਂ ਫੀਮੇਲਸ ਆਪਾਂ ਨੂੰ ਦੇਖ ਰਹੀਆਂ ਹੋਣਗੀਆਂ, ਜਾਂ ਮੈਂ ਖੁਦ ਹਾਂ, ਹੈ ਨਾ, ਤਾਂ ਉਸ ਚੀਜ਼ ਤੋਂ ਬਾਹਰ ਆਉਣਾ ਤੁਹਾਡੇ ਲਈ ਵੀ ਸੌਖਾ ਨਹੀਂ ਰਿਹਾ ਹੋਣਾ। ਕਿਵੇਂ ਗ੍ਰੈਜੂਅਲੀ, ਮਤਲਬ ਕਿਵੇਂ ਹੌਲੀ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੋਈ? ਕਿਹੜਾ ਫਰਸਟ ਸਟੈਪ ਸੀਗਾ ਤੁਹਾਡਾ? ਉਸ ਤੋਂ ਬਾਅਦ ਤੁਸੀਂ ਕਿੱਥੇ ਗਏ? ਐਂਡ ਆਪਣੇ ਮਾਈਂਡ ਨੂੰ, ਆਪਣੇ ਆਪ ਨੂੰ ਕਨਵਿੰਸ ਕਰਨਾ, ਹੈ ਨਾ, ਤਾਂ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੀ ਹੈਲਪ ਹੋਵੇ ਕਿ ਤੁਸੀਂ ਕਿਵੇਂ ਪਹਿਲਾਂ ਆਪਣੇ ਆਪ ਨੂੰ ਤੁਸੀਂ ਕਨਵਿੰਸ ਕੀਤਾ ਕਿ ਹਾਂ ਮੈਂ ਡਿਪਰੈਸ਼ਨ 'ਚ ਹੈ ਤੇ ਮੈਨੂੰ ਇਸ ਤੋਂ ਬਾਹਰ ਨਿਕਲਣ ਦੀ ਬਹੁਤ ਜ਼ਰੂਰਤ ਹੈ। ਤੁਹਾਡੀ ਜਿਹੜੀ ਪ੍ਰਾਇਮਰੀ ਸਟੈਪ ਸੀ, ਇਨੀਸ਼ੀਅਲ ਸਟੈਪ ਸੀਗੇ,
ਉਹ ਕੀ ਸੀਗੇ, ਕਿਵੇਂ ਸ਼ੁਰੂ ਕੀਤਾ ਤੁਸੀਂ? ਜਦੋਂ ਡਾਕਟਰ ਨੇ ਡਿਕਲੇਅਰ ਕੀਤਾ ਕਿ ਇਹਨੂੰ ਪੋਸਟਮਾਰਟਮ ਡਿਪਰੈਸ਼ਨ ਹੈ, ਜ਼ਿਆਦਾ ਇਹਨੂੰ ਉਹ ਮਤਲਬ ਸਟ੍ਰੈਸ ਲੈਣ ਦੀ ਲੋੜ ਨਹੀਂ ਹੈਗੀ ਹੈ, ਬਟ ਗ੍ਰੈਜੂਅਲੀ ਸਲੋਲੀ ਜੋ ਉਹਨੂੰ ਪਸੰਦ ਹੈ ਉਹ ਤੁਸੀਂ ਕਰਾਓ। ਤੇ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਕਿੱਦਾਂ ਸਟਾਰਟ ਕਰਾਂ, ਕੀ ਕਰਾਂ। ਦੈਨ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਬਿਕੋਜ਼ ਪਾਰਟਨਰ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ। ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਤੂੰ ਸਟਾਰਟ ਕਰ ਹੌਲੇ ਹੌਲੇ ਵਰਕਆਊਟ। ਤੇ ਉਹ ਮੇਰੇ ਨਾਲ ਵਰਕਆਊਟ ਕਰਦਾ ਸੀਗਾ ਤੇ ਬੱਚੇ ਨੂੰ ਵੀ ਨਾਲ ਦੇ ਨਾਲ ਸਾਂਭ ਲੈਂਦਾ ਸੀ। ਸੋ ਬਸ ਇੱਦਾਂ ਸਲੋਲੀ ਗ੍ਰੈਜੂਅਲੀ ਸਟਾਰਟ ਕੀਤਾ। ਐਂਡ ਮਤਲਬ ਅਸੀਂ ਦੋਨੋਂ ਕੁਆਲਿਟੀ ਟਾਈਮ ਸਪੈਂਡ ਕਰਦੇ ਸੀਗੇ, ਬਾਹਰ ਜਾਂਦੇ ਸੀਗੇ। ਸੋ ਇੱਦਾਂ ਬਸ ਸਟਾਰਟ ਹੋ ਗਿਆ। ਨਾਲੇ ਮੈਂ ਵਾਹਿਗੁਰੂ ਜੀ ਨੂੰ ਵੀ ਬਹੁਤ ਮੰਨਦੀ ਹਾਂ ਤੇ ਮੈਂ ਅੱਜ ਵੀ ਮੈਂ ਚਾਹੁੰਦੀ ਹਾਂ, ਮੈਂ ਉਹੀ ਚੀਜ਼ ਮੈਂ ਕਹਿੰਦੀ ਕਿ ਬਸ ਤੂੰ ਮੈਨੂੰ ਰਾਸਤਾ ਦਿਖਾ, ਮੈਂ ਮਿਹਨਤ ਕਰਨ 'ਚ ਕਦੇ ਪਿੱਛੇ ਨਹੀਂ ਹਟਾਂਗੀ। ਤੇ ਉਹਨੇ ਮੈਨੂੰ ਰਾਹ ਦਿਖਾਤੀ। ਐਂਡ ਜਿਹੜੀ ਇੱਕ ਸਮਾਜ ਦੀ, ਸੋਸਾਇਟੀ ਦੀ ਇੱਕ ਨੈਗੇਟਿਵਿਟੀ ਸੀ, ਟੌਕਸਿਕ ਥਾਟ ਸੀਗੇ ਜਾਂ ਟੌਕਸਿਕ ਕਮੈਂਟ ਤੁਹਾਨੂੰ ਲੈ ਕੇ ਆਉਂਦੇ ਸੀਗੇ, ਹੈ ਨਾ, ਤਾਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਤੁਸੀਂ ਕਿੱਦਾਂ ਪੋਜ਼ਿਟਿਵ ਰਹੇ? ਕਿਹੜੀਆਂ ਚੀਜ਼ਾਂ ਤੇ ਤੁਸੀਂ ਸੋਚਿਆ ਕਿ ਮੈਂ ਧਿਆਨ ਦੇਣਾ, ਐਂਡ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਕ੍ਰਾਸ ਕਰ ਦੇਗੇ ਕਿ ਇਹਨਾਂ ਤੇ ਮੈਂ ਧਿਆਨ ਨਹੀਂ ਦੇਣਾ? ਸੋਸਾਇਟੀ ਆਲਵੇਜ਼ ਦੇ ਡੈਫੀਨੇਟਲੀ ਆਲਵੇਜ਼ ਦੇ ਪੁੱਲ ਯੂ ਡਾਊਨ। ਅੱਜ ਵੀ ਬਹੁਤ ਕ੍ਰਿਟਿਸਿਜ਼ਮ ਮੈਨੂੰ ਮਿਲਦੇ ਹੈ ਕਿ ਉਹ ਬਸ ਆਪਣੇ ਕਰੀਅਰ ਤੇ ਹੈਗੀ ਹੈ, ਕਰੀਅਰ ਮੁੰਡੇ ਨੂੰ ਨਹੀਂ ਸਾਂਭ ਰਹੀ ਹੈ, ਮੁੰਡੇ ਤੇ ਧਿਆਨ ਨਹੀਂ ਦੇਖਦੀ, ਆਬਵੀਅਸਲੀ ਆਲਵੇਜ਼ ਵਰਕਿੰਗ। ਸੋ ਉਸ ਟਾਈਮ ਵੀ ਇੱਦਾਂ ਹੀ ਸੀਗਾ ਕਿ ਹੁਣ ਕਿਹਦੇ ਲਈ ਕਰ ਰਹੀ ਹੈ। सबसे बड़ा क्वेश्चन मार्क ही वही आता है कि किहदे ਲਈ कर रही है। आई एम डूइंग फॉर माई सैल्फ। ਤੁਸੀਂ ਕਿਸੇ ਦੇ ਲਈ ਨਹੀਂ ਕਰ ਰਹੇ ਹੋ, ਤੁਸੀਂ ਆਪਣੇ ਲਈ ਕਰ ਰਹੇ ਹੋ। ਸੋ ਮੈਂ ਜਦੋਂ ਜਿਮ ਜਾਂਦੀ ਸੀ, ਓਬਵੀਅਸਲੀ ਜਿੱਥੇ ਵੀ ਰਹਿੰਦੇ ਆਸ ਪੜੋਸ ਸਭ ਕਹਿੰਦੇ ਕਿ ਹਾਂ ਹੁਣ ਤਾਂ ਚੱਲੀ ਹੈ ਜਿਮ ਲਾਉਣ, ਮਤਲਬ ਇਹਨੂੰ ਕੀ ਲੋੜ ਪਈ ਹੈ। ਤੇ ਜਿਮ ਦੇ ਵਿੱਚ ਵੀ ਲੇਡੀਜ਼ ਬਹੁਤ ਜ਼ਿਆਦਾ ਕਿ ਵੇਟ ਸੈਕਸ਼ਨ ਦੇ ਵੇਟ ਉਠਾ ਕੇ, ਬਿਕੋਜ਼ ਉਹੀ ਮਾਈਂਡ 'ਚ ਹੈਗਾ ਨਾ ਕਿ ਕਾਰਡੀਓ ਸਿਰਫ ਟ੍ਰੈਡਮਿਲ ਕਰ ਸਕਦੀ ਹੈ ਲੇਡੀਜ਼ ਜਾਂ ਕੁੜੀਆਂ, ਸਿਰਫ ਟ੍ਰੈਡਮਿਲ ਕਰ ਸਕਦੀ, ਉਹ ਵੇਟ ਸੈਕਸ਼ਨ ਦੇ ਵਿੱਚ ਨਹੀਂ ਜਾ ਸਕਦੀ। ਤੋ ਉਹ ਕ੍ਰਿਟਿਸਿਜ਼ਮ ਓਬਵੀਅਸਲੀ ਕਾਫੀ ਜ਼ਿਆਦਾ ਸੀਗਾ, ਬਿਕੋਜ਼ ਮੈਂ ਆਪਣੇ ਆਪ ਨੂੰ ਵੀ ਕਈ ਵਾਰ ਮੈਂ ਕੁਐਸਚਨ ਕੀਤਾ ਕਿ ਮੈਂ ਸਹੀ ਕਰ ਰਹੀ ਹਾਂ, ਅੱਛਾ ਮੈਂ ਗਲਤ ਤਾਂ ਨਹੀਂ ਕਰ ਰਹੀ ਕੁਛ। ਬਿਕੋਜ਼ 1 2 3 4 ਬਹੁਤ ਲੋਕੀ ਮੈਨੂੰ ਕਹਿੰਦੇ ਸੀਗੇ ਕਿ ਤੂੰ ਕੀ ਕਰਨ, ਤੈਨੂੰ ਬੋਡੀ ਬਿਲਡਿੰਗ 'ਚ ਜਾਣਾ ਹੈ, ਤੂੰ ਮਸਲਸ ਬਣਾਉਣੇ ਹੈ, ਤੂੰ ਕੀ ਕਰਨਾ ਚਾਹੁੰਦੀ ਹੈ ਨਾ। ਸੋ ਈਵਨ ਮੇਰੇ ਫਰੈਂਡਸ, ਅੱਛਾ ਹਾਂ ਈਵਨ ਮੇਰੇ ਫਰੈਂਡਸ, ਤੇ ਇੱਕ ਕਰਕੇ ਸਾਰੇ ਦੇ ਨਾਲ ਮੇਰੇ ਫਰੈਂਡਸ ਵੀ ਮੈਨੂੰ ਛੱਡ ਗਏ, ਬਿਕੋਜ਼ ਮੈਂ ਚੂਜ਼ ਕੀਤਾ ਫਿਟਨੈਸ। ਕਹਿੰਦੇ ਤੂੰ ਪਤਾ ਨਹੀਂ ਕੀ ਕਰਨ ਲੱਗੀ ਹੈ, ਤੇਰਾ ਹਸਬੈਂਡ ਅਰਨ ਕਰ ਰਿਹਾ ਹੈ, ਤੇਰਾ ਬੱਚਾ ਹੈ, ਯੂ ਕੈਨ ਇੰਜੋਏ ਯੋਰ ਲਾਈਫ। ਬਟ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਸੀਗਾ ਹੁਣ, ਐਂਡ ਜੋ ਵੀ ਮੈਂ ਅੱਜ ਹਾਂ ਬਸ ਮੈਂ ਫਿਟਨੈਸ ਕਰਕੇ ਹੀ ਹੈ। ਉਹਨੇ ਮੈਨੂੰ ਸਾਰਾ ਕੁਝ ਦਿੱਤਾ ਹੈ, ਮੇਰਾ ਕੌਨਫੀਡੈਂਸ, ਮੇਰਾ ਵਿਲ ਪਾਵਰ ਐਂਡ ਸਟਰੈਂਥ। ਸੋ ਕ੍ਰਿਟਿਸਿਜ਼ਮ ਤਾਂ ਓਬਵੀਅਸਲੀ ਹਰ ਇੱਕ ਪ੍ਰੋਫੈਸ਼ਨ 'ਚ ਹੈ, ਬਟ ਇਟਸ ਆਲ ਅਪ ਟੂ ਅਸ, ਆਪਾਂ ਕਿੱਦਾਂ ਇਹਨੂੰ ਹੈਂਡਲ ਕਰਦੇ ਹੈ, ਕਿੱਦਾਂ ਡੀਲ ਕਰਦੇ ਹੈ, ਕਿਹੜੀ ਗੱਲ ਤੁਸੀਂ ਸੁਣਨੀ ਹੈ, ਕਿਹੜੀ ਗੱਲ ਨਹੀਂ ਸੁਣਨੀ ਹੈ। ਬਿਕੋਜ਼ ਨੋ ਵਨ ਕੈਨ ਕੋਈ ਕਿਸੇ ਦੇ ਲਈ ਖੜਾ ਨਹੀਂ ਹੈਗਾ। ਤੁਹਾਡਾ ਕਰੀਅਰ, ਤੁਹਾਡਾ ਗੋਲ, ਤੁਸੀਂ ਉਹਦੇ 'ਚ ਫੋਕਸ ਕਰਕੇ ਯੂ ਜਸਟ ਹੈਵ ਟੂ ਕੀਪ ਗੋਇੰਗ। ਇੱਕ ਮੈਂ ਫਿਲਮ ਦੇਖ ਰਹੀ ਸੀਗੀ, ਉਹਦੇ ਵਿੱਚ ਜਿਹੜੀ ਲੇਡੀ ਹੁੰਦੀ ਆ ਉਹ ਵਰਕਿੰਗ ਹੁੰਦੀ ਆ, ਐਂਡ ਤੇ ਉਹ ਆਪਣੇ ਨਾਲ ਦੀ ਕੁਲੀਗ ਇੱਕ ਗਿਲਟ ਦੇ ਵਿੱਚ ਹੁੰਦੀ ਆ ਉਹਦੀ ਕੁਲੀਗ ਕਿ ਉਹ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਪਾ ਰਹੀ, ਜਾਂ ਉਹ ਮਤਲਬ ਸਾਰਾ ਕੁਝ ਪਰਫੈਕਟ ਚਾਹੁੰਦੀ ਹੁੰਦੀ ਆ ਕਿ ਮੇਰੇ ਬੱਚੇ ਦੀ ਨਜ਼ਰਾਂ ਦੇ ਵਿੱਚ ਜਿਹੜੀ ਇੱਕ ਮਦਰ ਆ, ਮੈਂ ਆ, ਉਹ ਪਰਫੈਕਟ ਮੌਮ ਹੋਵੇ। ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕਿ ਤੇਰੇ ਬੱਚੇ ਨੂੰ ਪਰਫੈਕਟ ਮੌਮ ਦੀ ਨਹੀਂ, ਇੱਕ ਹੈਪੀ ਮੌਮ ਦੀ ਜ਼ਰੂਰਤ ਹੈ ਨਾ। ਸੋ ਸਾਡੇ ਤੇ ਮਦਰ ਬਣਨ ਤੋਂ ਬਾਅਦ ਇੱਕ ਇਹ ਵੀ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਮਤਲਬ ਹੁਣ ਆਪਣੇ ਲਈ ਜੋ ਸੋਚੋਗੇ ਉਹ ਸੈਕੰਡਰੀ ਹੋਊਗਾ, ਤੁਸੀਂ ਜੋ ਪ੍ਰਾਇਮਰੀ ਸੋਚੋਗੇ ਉਹ ਤੁਹਾਡੇ ਬੱਚੇ ਲਈ ਹੋਊਗਾ, ਹੈ ਨਾ। ਸੋ ਤੁਹਾਨੂੰ ਲੱਗਦਾ ਹੈ ਕਿ ਕੋਈ ਪਰਫੈਕਟ ਮੌਮ ਦੀ ਕੋਈ ਡੈਫੀਨੇਸ਼ਨ ਹੋ ਸਕਦੀ ਆ? ਕਿ ਸਾਨੂੰ ਲੱਗਦਾ ਹੈ ਕਿ ਜਿੱਦਾਂ ਮੈਨੂੰ ਵੀ ਕਦੇ ਕਦੇ ਇਹ ਗਿਲਟ ਹੁੰਦੀ ਆ ਕਿ ਮੈਂ ਸ਼ਾਇਦ ਉਹਨਾਂ ਟਾਈਮ ਨਹੀਂ ਦੇ ਪਾ ਰਹੀ ਆਪਣੇ ਬੱਚੇ ਨੂੰ, ਜਾਂ ਕਈ ਲੋਕ ਕਹਿ ਵੀ ਦਿੰਦੇ ਨੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੰਡੀਪੈਂਡੈਂਟ ਹੋ, ਅਸਲ ਦੇ ਵਿੱਚ ਤੁਸੀਂ ਇੰਡੀਪੈਂਡੈਂਟ ਨਹੀਂ ਹੈਗੇ, ਤੁਸੀਂ 8 ਘੰਟਿਆਂ ਲਈ ਕਿਸੇ ਦੀ ਗੁਲਾਮੀ ਕਰ ਰਹੇ ਹੋ। ਇੰਡੀਪੈਂਡੈਂਟ ਤੁਸੀਂ ਉਦੋਂ ਹੋਵੋਗੇ ਜਦੋਂ ਤੁਸੀਂ ਘਰੇ ਵਿਹਲੇ ਹੋ, ਤੁਸੀਂ ਆਪਣੇ ਲਈ ਕੁਛ ਕਰ ਰਹੇ ਹੋ, ਤੁਸੀਂ ਆਪਣੇ ਬੱਚੇ ਲਈ ਕੁਛ ਕਰ ਰਹੇ ਹੋ, ਆਪਣੀ ਮਰਜ਼ੀ ਦਾ ਕੁਛ ਕਰ ਰਹੇ ਹੋ, ਹੈ ਨਾ। ਮੈਨੂੰ ਲੱਗਦਾ ਕਿ ਇਹ ਇੱਕ ਤਰ੍ਹਾਂ ਦੀ ਮੈਂਟਲ ਸੈਟਿਸਫੈਕਸ਼ਨ ਹੋ ਸਕਦੀ ਆ। ਮੇਰੀ ਮੈਂਟਲ ਸੈਟਿਸਫੈਕਸ਼ਨ ਸ਼ਾਇਦ ਇਸੇ 'ਚ ਆ ਕਿ ਮੈਂ ਜੋਬ ਕਰ ਰਹੀ ਹਾਂ, ਐਂਡ ਜਦੋਂ ਮੈਂ ਜੋਬ 'ਤੇ ਹਾਂ ਜਦੋਂ ਮੈਂ ਘਰ ਹਾਂ ਤਾਂ ਮੈਂ ਆਪਣੇ ਬੱਚੇ ਲਈ ਹਾਂ, ਹੈ ਨਾ। ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਜਿਹੜੀ ਸੁਸਾਇਟੀ ਕਹਿੰਦੀ ਆ ਕਿ ਪਰਫੈਕਟ ਮੌਮ, ਇਹ ਕਦੇ ਪੋਸੀਬਲ ਹੋ ਸਕਦਾ ਹੈ? ਕਦੇ ਵੀ ਨਹੀਂ। ਕੋਈ ਪਰਫੈਕਟ ਨਹੀਂ ਹੁੰਦਾ ਹੈ, ਕੋਈ ਵੀ ਪਰਫੈਕਟ ਨਹੀਂ ਹੁੰਦਾ। ਐਂਡ ਪਰਫੈਕਟ ਮੌਮ ਦੀ ਡੈਫੀਨੇਸ਼ਨ ਕੀ ਹੈ?
If you are balance your family, your son and your work, then there is no need to be perfect. So perfect mom ਦੀ ਕੋਈ definition ਨਹੀਂ ਹੈਗੀ ਹੈ. You can balance your family, your kids and your work as well. And I personally believe and I have experiment in myself that ਮੇਰਾ ਜਿਹੜਾ ਮੁੰਡਾ ਹੈ ਉਹ ਮੈਨੂੰ ਦੇਖ ਰਿਹਾ ਹੈ ਕਿ ਮੇਰੀ ਮਮ ਕਿੰਨੇ ਵਜੇ ਉੱਠਦੀ ਹੈ ਸਵੇਰੇ, ਵਰਕਆਊਟ ਕਰਦੀ ਹੈ, ਕੰਮ ਵੀ ਕਰਦੀ ਹੈ, ਨਾਲੇ ਮੇਰਾ ਵੀ ਧਿਆਨ ਰੱਖ ਰਹੀ ਹੈ. ਜਦੋਂ ਸਕੂਲ ਤੋਂ ਆਉਂਦਾ ਹੈ ਜਾਂ ਈਵਨਿੰਗ 'ਚ ਹੈਗਾ, ਮੇਰਾ ਫਿਕਸ ਹੈਗਾ ਕਿ ਮੈਂ 2 ਘੰਟੇ ਉਹਦੇ ਨਾਲ ਸਪੈਂਡ ਕਰਨੇ ਹੀ ਕਰਨੇ. ਪੂਰੇ ਦਿਨ 'ਚ ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਉਹਦੇ ਕੁਝ ਪ੍ਰੋਬਲਮ ਹੈ, ਕੁਝ ਵੀ ਹੈ. ਸੋ ਇੱਦਾਂ ਤੁਸੀਂ ਈਜ਼ੀਲੀ ਮੈਨੇਜ ਕਰ ਸਕਦੇ ਹੋ ਜੇ ਤੁਸੀਂ ਕਰਨਾ ਚਾਹੁੰਦੇ ਹੋ. ਤੁਸੀਂ ਆਪਣੇ ਲਈ ਕੁਝ ਕਰਨਾ ਚਾਹੁੰਦੇ ਹੋ, ਕੁਝ ਬਣਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਹੋ, ਦੈਨ ਯੂ ਹੈਵ ਟੂ ਕਮ ਆਊਟ ਆਫ ਯੋਰ ਕੰਫਰਟ ਜ਼ੋਨ. ਤੁਸੀਂ ਕੰਫਰਟ ਜ਼ੋਨ ਤੋਂ ਬਾਹਰ ਆ ਕੇ ਜਦੋਂ ਤੁਸੀਂ ਕੁਝ ਕਰੋਗੇ ਤਾਂ ਹੀ ਤੁਸੀਂ ਕੁਝ ਬਣ ਪਾਓਗੇ. ਨਾਲੇ ਤੁਸੀਂ ਇੱਕ ਐਗਜ਼ਾਮਪਲ ਐਜ਼ ਅ ਵਿਮਨ ਸੈੱਟ ਕਰ ਸਕਦੇ ਹੋ ਆਪਣੇ ਬੱਚਿਆਂ ਲਈ ਕਿ ਕੁਝ ਵੀ ਪੋਸੀਬਲ ਹੈ. ਐਵਰੀਥਿੰਗ ਇਜ਼ ਪੋਸੀਬਲ. ਕਿਉਂਕਿ ਆਮ ਤੌਰ ਤੇ ਆਪਣੇ ਕੀ ਹੁੰਦਾ ਹੈ ਕਿ ਜਦੋਂ ਇੱਕ ਔਰਤ ਮਾਂ ਬਣ ਜਾਂਦੀ ਆ ਤਾਂ ਉਹਦੇ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਪੂਰਾ ਟਾਈਮ ਆ ਜਿਹੜਾ ਉਹ ਬੱਚੇ ਨੂੰ ਸਾਂਭ ਸੰਭਾਲ 'ਚ ਜਾਂ ਪੂਰੀ ਫੈਮਿਲੀ ਨੂੰ ਦੇਖਣ 'ਚ ਹੀ ਕੱਢੇ. ਅਸੀਂ ਇਸ ਚੀਜ਼ ਨੂੰ ਬਿਲਕੁਲ ਹੀ ਇਗਨੋਰ ਕਰ ਦਿੰਦੇ ਹਾਂ ਕਿ ਅਗਰ ਉਹ ਮਦਰ ਬਣ ਗਈ ਆ, ਅਗਰ ਉਹ ਵਾਈਫ ਆ, ਜਾਂ ਅਗਰ ਉਹ ਕਿਸੇ ਦੀ ਨੂੰਹ ਬਣ ਚੁੱਕੀ ਆ, ਤਾਂ ਕੀ ਉਹਦੇ ਲਾਈਫ 'ਚ ਆਪਣੇ ਗੋਲਸ ਜਾਂ ਏਮਸ ਨਹੀਂ ਹੋ ਸਕਦੇ? ਸਾਨੂੰ ਲੱਗਦਾ ਕਿ ਨਹੀਂ, ਤੁਹਾਡੀ ਜਿਹੜੀ ਲਾਈਫ ਆ ਉਹ ਤੁਸੀਂ ਦੂਜਿਆਂ ਦੇ ਲਈ ਡਿਵੋਟ ਕਰ ਦੇਵੋ, ਤੁਸੀਂ ਦੂਜਿਆਂ ਦੇ ਲਈ ਜਿਉਣਾ ਸ਼ੁਰੂ ਕਰ ਦੇਵੋ, ਹੈ ਨਾ. ਇੱਕ ਚੀਜ਼ ਤੁਸੀਂ ਮੈਂਸ਼ਨ ਕੀਤੀ ਕਿ ਮੇਰੇ ਹਸਬੈਂਡ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਸੀਗੀ. ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦੀਆਂ ਵੀ ਨੇ, ਚਾਹੇ ਉਹ ਫਿਟਨੈਸ ਦੇ ਐਸਪੈਕਟ ਤੁਸੀਂ ਗੱਲ ਕਰੀਏ ਜਾਂ ਵੈਸੇ ਕੁਝ ਗੱਲ ਕਰੀਏ, ਹੈ ਨਾ. ਕਿਉਂਕਿ ਬੱਚਿਆਂ ਤੋਂ ਬਾਅਦ ਅਸੀਂ ਮਤਲਬ ਇਹ ਮੰਨਣਾ ਜ਼ਰੂਰੀ ਆ ਕਿ ਤੁਹਾਡੇ ਕੋਲੇ ਉਨਾ ਸਮਾਂ ਨਹੀਂ ਹੁੰਦਾ ਹੈਗਾ ਕਿ ਤੁਸੀਂ ਇਕੱਲੇ ਹੀ ਸਾਰਾ ਕੁਝ ਕਰ ਸਕੋ, ਹੈ ਨਾ. ਤੁਹਾਨੂੰ ਉੱਥੇ ਓਬਵੀਅਸਲੀ ਘਰੇ ਵੀ ਸਪੋਰਟ ਦੀ, ਹੈਲਪ ਦੀ ਮੈਂ ਕਹਿਣਾ ਚਾਹੂੰਗੀ ਕਿ ਤੁਹਾਨੂੰ ਜ਼ਰੂਰਤ ਹੁੰਦੀ ਹੈ ਕਿ ਤਾਂ ਕਿ ਤੁਹਾਡਾ ਜਿਹੜਾ ਵਰਕਲੋਡ ਆ ਉਹ ਡਿਵਾਈਡ ਹੋ ਸਕੇ ਅਤੇ ਤੁਹਾਨੂੰ ਆਪਣੇ ਲਈ ਸੋਚਣ ਦਾ, ਆਪਣੇ ਲਈ ਕਰਨ ਦਾ ਥੋੜ੍ਹਾ ਸਮਾਂ ਮਿਲ ਸਕੇ ਨਾ. ਸੋ ਮੈਂ ਚਾਹੂੰਗੀ ਕਿ ਅੱਜ ਦਾ ਜਿਵੇਂ ਲਾਈਫ ਸਟਾਈਲ ਆ ਨਾ, ਅੱਗੇ ਲੇਡੀਜ਼ ਘਰ ਹੁੰਦੀਆਂ ਸੀਗੀਆਂ, ਉਹਨਾਂ ਨੇ ਸਿਰਫ ਘਰ 'ਤੇ ਬੱਚੇ ਦੇਖਣੇ ਹੁੰਦੇ ਸੀ. ਅੱਜ ਦਾ ਟਾਈਮ ਚੇਂਜ ਹੋ ਗਿਆ, ਆਪਾਂ ਬਾਹਰ ਜਾਂਦੇ ਹਾਂ, ਕੰਮ ਵੀ ਕਰਦੇ ਹਾਂ, ਆਪਾਂ ਘਰ ਵੀ ਦੇਖਦੇ ਹਾਂ, ਬੱਚੇ ਵੀ ਦੇਖਦੇ ਹਾਂ. ਸੋ ਉੱਥੇ ਅਗਰ ਔਰਤ ਜੇ ਕੁਛ ਕਰਨਾ ਵੀ ਚਾਹੁੰਦੀ ਆ ਪਰ ਉਹਨੂੰ ਫੈਮਿਲੀ ਸਪੋਰਟ ਜਾਂ ਪਾਰਟਨਰ ਦੀ ਸਪੋਰਟ ਨਹੀਂ ਹੈ ਤਾਂ ਉਹ ਨਹੀਂ ਕਰ ਪਾਉਂਦੀ, ਹੈ ਨਾ, ਕਿਉਂਕਿ ਟਾਈਮ ਹੀ ਉਹਨਾਂ ਨੇ. ਸੋ ਇੱਥੇ ਫੈਮਿਲੀ ਦੀ ਸਪੋਰਟ ਹੋਣਾ, ਖਾਸ ਤੌਰ 'ਤੇ ਪਾਰਟਨਰ ਦਾ ਅੰਡਰਸਟੈਂਡਿੰਗ ਹੋਣਾ ਕਿਉਂ ਜ਼ਰੂਰੀ ਹੋ ਜਾਂਦਾ ਹੈ? ਮੇਰੇ ਨੇੜੇ ਤੇੜੇ ਮੈਂ ਦੇਖਿਆ ਹੈ ਕਿ ਕਈ ਮੇਰੀ ਫਰੈਂਡਸ ਨੇ ਬਹੁਤ ਕੁਝ ਕਰਨਾ ਚਾਹੁੰਦੀ ਆਪਣੀ ਲਾਈਫ 'ਚ, ਬਟ ਉਹ ਆਲਵੇਜ਼ ਕਹਿੰਦੀ ਹੈ ਵੈਸ਼ਨਵੀ ਹਮੇ ਸਪੋਰਟ ਨਹੀਂ ਮਿਲ ਰਹੀ ਹੈ, ਸਾਨੂੰ ਸਪੋਰਟ ਨਹੀਂ ਮਿਲਦੀ ਹੈ. ਕਹਿੰਦੇ ਕਿ ਬਸ ਤੁਸੀਂ ਘਰ ਸਾਂਭਣਾ, ਤੁਸੀਂ ਬੱਚੇ ਨੂੰ ਦੇਖਣਾ, ਆਹੀ ਤੁਹਾਡੀ ਲਾਈਫ ਹੈ. ਬਟ ਕਿਉਂ ਨਹੀਂ ਤੁਸੀਂ ਕਰ ਸਕਦੇ ਹੋ? ਤੁਸੀਂ ਸਾਰਾ ਕੁਝ ਕਰ ਸਕਦੇ ਹੋ. ਬਟ ਯੈਸ, ਅਗੇਨ ਹਸਬੈਂਡ ਦੀ, ਪਾਰਟਨਰ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ. ਬਿਕੋਜ਼ ਤੁਹਾਡਾ ਬੱਚਾ ਹੈ, ਤੁਸੀਂ ਕਦੇ ਉਹਨੂੰ ਕੰਮ ਹੈ, ਤੁਸੀਂ ਬੱਚੇ ਨੂੰ ਸਾਂਭ ਲਓ. ਜਦੋਂ ਤੁਸੀਂ ਟਰੈਵਲ ਕਰਦੇ ਹੋ, ਤੁਹਾਨੂੰ ਕੋਈ ਵਰਕ ਅਪਾਇੰਟਮੈਂਟ ਹੈ ਜਾਂ ਵਰਕ ਅਪੋਰਚੁਨਿਟੀ ਹੈ, ਦੈਨ ਉਹ ਸਾਂਭ ਲੈ. ਸੋ ਇੱਦਾਂ ਹੀ ਮੈਨੇਜ ਕਰਕੇ ਤੁਸੀਂ ਕਰ ਸਕਦੇ ਹੋ. ਬਟ ਮੋਰਲ ਸਪੋਰਟ ਉਹ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪੁਸ਼ ਕਰੇ ਕਿ ਜਦੋਂ ਤੁਸੀਂ ਡਾਊਨ ਹੋ ਤਾਂ ਤੁਹਾਨੂੰ ਲੱਗੇ ਕਿ ਯਾਰ ਮੈਂ ਆ ਕਰ ਸਕਦੀ, ਨਹੀਂ ਕਰ ਸਕਦੀ, ਹੈ ਨਾ. ਤਾਂ ਇੱਕ ਸਪੋਰਟ ਬਹੁਤ ਜ਼ਰੂਰੀ ਹੈ ਕਿ ਯੈਸ ਯੂ ਕੈਨ ਡੂ ਇਟ. You have all the capabilities to fulfill your dreams, to fulfill your goals. ਤੁਸੀਂ ਆਪਣੇ goals, ਆਪਣੇ dreams ਨੂੰ achieve ਕਰਨਾ ਚਾਹੁੰਦੇ ਹੋ ਅਤੇ ਉਹ ਜਦੋਂ ਤੁਹਾਡਾ ਪਾਰਟਨਰ ਸਪੋਰਟ ਕਰਦਾ ਹੈ, ਤੁਹਾਨੂੰ ਪੁਸ਼ ਕਰਦਾ ਹੈ, ਤੁਸੀਂ ਡੈਫੀਨੇਟਲੀ ਅਚੀਵ ਕਰ ਸਕਦੇ ਹੋ. ਅਤੇ ਉਹਨਾਂ ਲੇਡੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿ ਕਈ ਵਾਰੀ ਅਸੀਂ ਆਪ ਹੀ ਬਹੁਤ ਜ਼ਿਆਦਾ ਲੇਜ਼ੀ ਹੋ ਜਾਂਦੇ ਹਾਂ, ਅਵੇਸਲੇ ਹੋ ਜਾਂਦੇ ਹਾਂ, ਹੈ ਨਾ, ਕਿ ਓਕੇ ਹੁਣ ਤਾਂ ਬੱਚੇ ਹੋ ਗਏ, ਭਾਰ ਵੱਧ ਗਿਆ ਤਾਂ ਵੱਧ ਗਏ, ਇਹਦੇ 'ਚ ਹੁਣ ਕੀ ਕਰ ਸਕਦੇ ਆ, ਕਿਉਂਕਿ ਅਸੀਂ ਆਪਣੀਆਂ ਮਦਰਸ ਨੂੰ ਉਸ ਸ਼ੇਪ ਦੇ ਵਿੱਚ ਦੇਖਿਆ ਹੈ. ਬਟ ਪਤਾ ਕੀ ਚੱਕਰ ਹੈ ਇਹਦੇ 'ਚ ਨਾ, ਤੁਸੀਂ ਆਪਣੇ ਆਪ ਨੂੰ ਦੇਖਣਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ. ਜੇ ਮੈਂ ਨਹੀਂ ਕੁਝ ਕਰਨਾ ਚਾਹੁੰਦੀ, ਮੈਂ ਇੱਦਾਂ ਦੀ ਲਾਈਫ ਜੀਣਾ ਚਾਹੁੰਦੀ ਹੈ, ਆਈ ਐਮ ਹੈਪੀ ਫॉर ਇਟ. ਬਟ ਜੇ ਤੁਸੀਂ ਕੁਝ ਕਿਸੇ ਨੂੰ ਦੇਖਦੇ ਹੋ, ਓਬਵੀਅਸਲੀ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਇੰਸਪੀਰੇਸ਼ਨ ਹੁੰਦੀ ਹੈ ਕਿ ਯਾਰ ਉਹ ਇੱਥੇ ਪਹੁੰਚ ਗਈ ਹੈ, ਮੈਂ ਕਦੇ ਲਾਈਫ 'ਚ ਇੱਦਾਂ ਕਰ ਸਕਦੀ ਹਾਂ. ਕਰ ਸਕਦੇ ਹੋ. ਏਜ ਇਜ਼ ਜਸਟ ਅ ਨੰਬਰ, ਡਜ਼ਨਟ ਮੈਟਰ ਤੁਸੀਂ 25 ਦੇ ਹੋ, 30 ਦੇ ਹੋ, 35 ਦੇ ਹੋ ਜਾਂ 40 ਦੇ ਹੋ, ਤੁਸੀਂ ਕਰ ਸਕਦੇ ਹੋ. ਬਟ ਉਹ ਤੁਹਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਂ ਯਾਰ ਮੇਰਾ ਗੋਲ ਹੈ, ਮੇਰਾ ਡਰੀਮਸ ਹੈ, ਮੈਨੂੰ ਅਚੀਵ ਕਰਨਾ ਹੈ. ਉਹਦੇ ਲਈ ਹਾਰਡ ਵਰਕ ਕਰਨਾ ਬਹੁਤ ਜ਼ਰੂਰੀ ਹੈ. ਜੇ ਤੁਸੀਂ ਈਜ਼ੀ ਲਾਈਫ ਚਾਹੁੰਦੇ ਹੋ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਹੋ. ਤੁਸੀਂ ਬਹਿ ਕੇ ਬਸ ਆਪਣੇ ਬੱਚੇ ਨੂੰ ਸਾਂਭ ਸਕਦੇ ਹੋ ਨਾਲੇ ਆਰਾਮ ਨਾਲ. ਬਟ ਉਹ ਵੀ ਇੱਕ ਰਿਸਪੌਂਸਿਬਿਲਿਟੀ ਹੈ, ਤੁਸੀਂ ਹੋਮ ਮੇਕਰ ਹੋ, ਬਟ
ਮੇਰਾ ਉਹ ਕਹਿਣਾ ਹੈ ਕਿ ਹਰ ਵਿਮਨ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ, ਬਿਕੋਜ਼ ਲਾਈਫ ਇਜ਼ ਅਨਪ੍ਰੈਡਿਕਟੇਬਲ। ਕੱਲ ਨੂੰ ਕੀ ਹੋਣਾ ਕੁਝ ਨਹੀਂ ਪਤਾ, ਤਾਂ ਐਟਲੀਸਟ ਯੂ ਹੈਵ ਟੂ ਬੀ ਇੰਡੀਪੈਂਡੈਂਟ ਐਂਡ ਕੌਨਫੀਡੈਂਟ। ਬਿਲਕੁਲ। ਐਂਡ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਜਿੱਦਾਂ ਅਸੀਂ ਐਕਟ੍ਰੈਸਿਸ ਨੂੰ ਦੇਖਦੇ ਹਾਂ, ਆਪਾਂ ਕਹਿੰਦੇ ਕਿ ਉਹਨਾਂ ਕੋਲ ਤਾਂ ਵਾਧੂ ਸਮਾਂ ਹੁੰਦਾ ਆ, ਉਹਨਾਂ ਨੂੰ ਫਾਈਨੈਂਸ਼ਲੀ ਕੋਈ ਦਿੱਕਤ ਨਹੀਂ ਹੈ, ਜਾਂ ਉਹਨਾਂ ਦੇ 24 ਘੰਟੇ ਉਹਨਾਂ ਦੇ ਆਲੇ ਦੁਆਲੇ ਇੱਕ ਟ੍ਰੇਨਰ ਹੁੰਦਾ, ਇੱਕ ਡਾਈਟੀਸ਼ੀਅਨ ਹੁੰਦਾ ਆ, ਉਹਨਾਂ ਨੂੰ ਸਾਰਾ ਕੁਝ ਬਣਿਆ ਬਣਾਇਆ ਖਾਣ ਲਈ ਮਿਲ ਜਾਂਦਾ ਆ, ਹੈ ਨਾ। ਪਰ ਮੈਨੂੰ ਲੱਗਦਾ ਉਹ ਇੱਕ ਐਕਸਕਿਊਜ਼ ਵੀ ਅਸੀਂ ਕਹਿ ਸਕਦੇ ਹਾਂ। ਯਾ ਡੈਫੀਨਿਟਲੀ, ਕਿ ਕਈ ਘਰਾਂ ਦੇ ਵਿੱਚ ਮੈਂ ਆਪ ਦੇਖਿਆ ਹੈ ਕਿ ਸਾਰਾ ਕੁਝ ਸਾਹਮਣੇ ਹੁੰਦਾ, ਬਟ ਫਿਰ ਵੀ ਉਹ ਨਹੀਂ ਕਰਨਾ ਚਾਹੁੰਦੇ। ਜੇ ਨਹੀਂ ਕਰਨਾ ਚਾਹੁੰਦੇ ਤੁਸੀਂ ਕਦੇ ਵੀ ਨਹੀਂ ਕਰੋਗੇ। ਜੇ ਤੁਹਾਡੇ ਨਾਲ ਪਰਸਨਲ ਟ੍ਰੇਨਰ ਵੀ ਹੋ ਜਾਂ ਖਾਣਾ ਵੀ ਰੈਡੀ ਮਿਲ ਰਿਹਾ ਹੋ, ਫਿਰ ਵੀ ਤੁਸੀਂ ਨਹੀਂ ਕਰੋਗੇ। ਬਟ ਐਕਟਰਸ ਦੀ ਯੈਸ ਲਾਈਫ ਇੰਨੀ ਈਜ਼ੀ ਨਹੀਂ ਹੈ ਜਿੰਨਾ ਸਾਨੂੰ ਲੱਗਦਾ ਹੈ ਕਿ ਉਹ ਸ਼ੀ ਇਜ਼ ਆਲਵੇਜ਼ ਔਨ ਦ ਕੈਮਰਾ, ਉਹਨਾਂ ਦਾ ਸ਼ੂਟ ਹੀ ਚੱਲ ਰਿਹਾ ਹੈ, ਇੰਨੀ ਲਾਈਫ ਕਿੰਨੀ ਈਜ਼ੀ ਹੈ, ਪੈਸੇ ਦੀ ਕੋਈ ਦਿੱਕਤ ਨਹੀਂ ਹੈ। ਬਟ ਉਹਦੇ ਲਈ ਉਹ ਪੈਸੇ ਕਮਾਉਣ ਲਈ ਵੀ ਉਹ ਮਿਹਨਤ ਕਰ ਰਹੇ ਨਾ, ਦੈਟ ਇਜ਼ देयर ਵਰਕ, ਉਹ ਕੰਮ ਕਰਦੇ ਹੈ। ਸੋ ਛੋਟੇ ਛੋਟੇ ਟਿਪਸ ਆਪਾਂ ਤੁਹਾਡੇ ਤੋਂ ਚਾਹਾਂਗੇ ਕਿ ਕਿੱਦਾਂ ਦੀ ਡਾਈਟ ਆ ਸਾਡੀ, ਅਗਰ ਤੁਸੀਂ ਮਤਲਬ ਡਾਈਟ ਚਾਰਟ ਕੋਈ ਫੋਲੋ ਨਹੀਂ ਵੀ ਕਰ ਰਹੇ ਹੈਗੇ, ਬਟ ਇੱਕ ਹੈਲਦੀ ਡਾਈਟ, ਹੈਲਦੀ ਮੀਲ ਸਾਡਾ ਪੂਰੇ ਦਿਨ ਦਾ ਕੀ ਹੋ ਸਕਦਾ ਹੈ, ਤੁਸੀਂ ਕੀ ਰਿਕਮੈਂਡ ਕਰਦੇ ਹੋ? ਡਾਇਟ ਦਾ ਤੁਸੀਂ ਬੈਲੈਂਸ ਡਾਇਟ, ਹੈਲਦੀ ਡਾਇਟ, ਜਿੱਦਾਂ ਕਿ ਸਾਡੇ ਪੁਰਾਣਾ ਉਹੀ ਚੱਲ ਰਿਹਾ ਹੈ ਕਿ ਸਵੇਰੇ ਉੱਠੋ ਪਰੌਂਠੇ ਖਾਓ, ਰੋਟੀ ਖਾਓ, ਦੇਸੀ ਘੀ, ਮੱਖਣ, ਉਹ ਸਾਰੀ ਚੀਜ਼ਾਂ ਉਹ ਜ਼ਰੂਰੀ ਨੇ, ਕਦੇ ਕਦੇ ਜ਼ਰੂਰੀ ਨੇ, ਬਟ ਟੂ ਅਚੀਵ ਯੋਰ ਪਰਫੈਕਟ ਗੋਲ, ਇੱਕ ਫਿਜ਼ਿਕ ਗੋਲ ਜੇ ਤੁਸੀਂ ਅਚੀਵ ਕਰਨਾ ਹੈ, ਤੁਸੀਂ ਸਰਟਨ ਫੂਡ ਗਰੁੱਪਸ ਨੂੰ ਅਡੋਪਟ ਕਰਨਾ ਹੈ। ਤੁਸੀਂ ਕੰਪਲੈਕਸ ਕਾਰਬ ਖਾ ਸਕਦੇ ਹੋ, ਜਿਹਦੇ ਵਿੱਚ ਓਟਸ ਹੈਗੇ, ਕਿਨੂਆ ਹੈਗਾ, ਮਿਊਸਲੀ ਹੈਗੀ ਹੈ, ਦਲੀਆ ਜਿੱਦਾਂ ਆਪਾਂ ਕਹਿ ਸਕਦੇ ਹਾਂ, ਦਲੀਆ, ਵੈਜੀਟੇਬਲਸ, ਫਰੂਟਸ, ਸੈਲਡਸ, ਆਹ ਚੀਜ਼ਾਂ ਨੂੰ ਤੁਸੀਂ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੈ। ਸੀ ਇਨੀਸ਼ੀਅਲੀ ਇਟ ਇਜ਼ ਡਿਫਿਕਲਟ ਫॉर एवरीवन, ਜਿਹਨੇ ਕਦੇ ਖਾਇਆ ਹੀ ਨਹੀਂ, ਸੈਲਡ ਨਹੀਂ ਖਾਇਆ, ਕਦੇ ਵੈਜੀਸ ਨਹੀਂ ਖਾਈ, ਸਟੀਰ ਫਰਾਈ ਵੈਜੀਸ, ਗ੍ਰੀਨ ਵੈਜੀਟੇਬਲਸ ਨਹੀਂ ਖਾਈ, ਉਹਨਾਂ ਦੇ ਲਈ ਇਨੀਸ਼ੀਅਲੀ ਬਹੁਤ ਜ਼ਿਆਦਾ ਡਿਫਿਕਲਟ ਹੈ। ਬਟ ਜਿੱਦਾਂ ਜਿੱਦਾਂ ਤੁਹਾਨੂੰ ਰਿਜ਼ਲਟ ਮਿਲੂਗਾ, ਤੁਹਾਨੂੰ ਲੱਗੂਗਾ ਯਾਰ ਆਹ ਚੀਜ਼ਾਂ ਖਾ ਕੇ, ਹੈਲਦੀ ਚੀਜ਼ਾਂ ਖਾ ਕੇ ਮੈਨੂੰ ਰਿਜ਼ਲਟ ਮਿਲ ਰਿਹਾ ਹੈ, ਡੈਫੀਨਿਟਲੀ ਉਹ ਰਿਜ਼ਲਟ ਹੀ ਤੁਹਾਨੂੰ ਮੋਟੀਵੇਟ ਕਰੂਗਾ ਕਿ ਯਾਰ ਮੈਂ ਇੰਨਾ ਮਿਹਨਤ ਕਰ ਰਹੀ ਹਾਂ, ਮੈਂ ਇੰਨਾ ਹੈਲਦੀ ਖਾ ਰਹੀ ਹਾਂ, ਮੈਨੂੰ ਇੰਨੇ ਅੱਛੇ ਰਿਜ਼ਲਟ, ਕਿਉਂ ਮੈਂ ਇਸको नहीं कर सकती आगे। सो दैट इज़ हाउ द फिटनेस लाइफस्टाइल, हेल्दी लाइफस्टाइल वर्क्स, इदा ही काम करती है। ਤੁਹਾਨੂੰ ਮੋਟੀਵੇਸ਼ਨ ਚਾਹੀਦੀ ਹੈ, ਉਹ ਮੋਟੀਵੇਸ਼ਨ ਕਿੱਦਾਂ ਆਉਂਗੀ? ਜਦੋਂ ਤੁਸੀਂ ਇੱਕ ਐਕਸਰਸਾਈਜ਼ ਪ੍ਰੋਪਰ ਕਰੋਗੇ, ਡਾਈਟ ਕਰੋਗੇ, ਤੁਹਾਨੂੰ ਰਿਜ਼ਲਟ ਮਿਲੇਗਾ, ਉਹ ਰਿਜ਼ਲਟ ਦੇ ਨਾਲ ਤੁਹਾਨੂੰ ਮੋਟੀਵੇਸ਼ਨ ਮਿਲੂਗੀ, ਤੇ ਮੋਟੀਵੇਸ਼ਨ ਮਿਲੋਗੇ ਤੁਸੀਂ ਹੋਰ ਆਪਣੇ ਆਪ ਨੂੰ ਪੁਸ਼ ਕਰੋਗੇ। ਤੇ ਕਈ ਮੈਂ ਦੇਖਿਆ ਹੈ, ਮਤਲਬ ਆਈ ਡੀਲ ਵਿਦ ਅ ਲੋਟ ਆਫ ਕਲਾਇੰਟਸ, ਮੇਰੇ ਬਹੁਤ ਜ਼ਿਆਦਾ ਕਲਾਇੰਟਸ ਨੇ, ਤਾਂ ਉਹ ਕਹਿੰਦੇ ਮੇਰਾ ਵਿਆਹ ਹੈ, ਮੈਨੂੰ ਪਤਲਾ ਹੋਣਾ ਹੈ, ਮੇਰਾ ਬਰਥਡੇ ਆ ਰਿਹਾ ਨੈਕਸਟ ਮੰਥ, ਮੈਨੂੰ ਪਤਲਾ ਹੋਣਾ ਹੈ। ਬਟ ਉਸ ਤੋਂ ਬਾਅਦ ਕੀ? ਤੁਸੀਂ ਬਰਥਡੇ ਤੋਂ ਬਾਅਦ, ਵਿਆਹ ਤੋਂ ਬਾਅਦ ਕੀ? ਸੀ ਤਾਂ ਜਿੰਨਾ ਆਪਾਂ ਐਕਸਟਰਾ ਕੈਲਰੀਜ਼ ਜਾਂ ਓਵਰ ਫੂਡ, ਪ੍ਰੋਸੈਸ ਫੂਡ ਖਾਓਗੇ, ਉਨਾ ਫੈਟ ਸਾਡੇ ਬੋਡੀ 'ਤੇ ਹੀ ਜਾਊਗਾ, ਕਿਸੇ ਹੋਰ ਦੇ ਬੋਡੀ 'ਤੇ ਜਾਊਗਾ ਨਹੀਂ। ਸੋ ਇਹ ਲਾਈਫ ਸਟਾਈਲ ਹੈ, ਫਿਟਨੈਸ ਇਜ਼ ਅ ਲਾਈਫ ਸਟਾਈਲ, ਇਟਸ ਨਾਟ ਲਾਈਕ ਫॉर ਸ਼ਾਰਟ ਟਰਮ ਵਿਆਹ ਲਈ ਕਰਨਾ ਹੈ ਜਾਂ ਬਰਥਡੇ ਲਈ ਕਰਨਾ ਹੈ। ਇਹਨੂੰ ਜਿੱਦਾਂ ਤੁਹਾਡੀ ਰਿਸਪੌਂਸਿਬਿਲਿਟੀ ਹੈ, ਸਵੇਰੇ ਉੱਠ ਰਹੇ ਹੋ, ਤੁਸੀਂ ਸਾਰਿਆਂ ਦੇ ਲਈ ਖਾਣਾ ਬਣਾ ਰਹੇ ਹੋ, ਤੁਸੀਂ ਬੱਚੇ ਨੂੰ ਸਾਂਭ ਰਹੇ ਹੋ, ਆਹ ਵੀ ਤੁਹਾਡੀ ਰਿਸਪੌਂਸਿਬਿਲਿਟੀ ਹੈ ਕਿ ਤੁਸੀਂ ਸਵੇਰੇ ਉੱਠਣਾ ਹੈ, ਆਪਣੇ ਲਈ 1 ਆਵਰ ਨਿਕਾਲਣਾ ਹੀ ਨਿਕਾਲਣਾ ਹੈ, ਚਾਹੇ ਜੋ ਮਰਜ਼ੀ ਹੋ ਜਾਏ, ਵਰਕਆਊਟ ਕਰਨਾ ਹੀ ਕਰਨਾ ਹੈ। ਤੇ ਹੈਲਦੀ ਮੀਲ ਵੀ ਤੁਸੀਂ ਡੈਫੀਨਿਟਲੀ ਐਫਰਟਸ ਤਾਂ ਕਰਨੇ ਪਊਗੇ। ਮੈਂ ਡਾਈਟ ਤੇ ਐਂਡ ਐਕਸਰਸਾਈਜ਼ ਤੇ ਇੱਕ ਬਹੁਤ ਹੀ ਬੇਸਿਕ ਕੁਐਸਚਨ ਤੁਹਾਨੂੰ ਕਰਨਾ ਚਾਹੁੰਦੀ ਹਾਂ, ਪਰ ਉਸ ਤੋਂ ਪਹਿਲਾਂ ਇੱਕ ਕੁਐਸਚਨ ਹੋਰ ਮੇਰੇ ਮਾਈਂਡ 'ਚ ਆ ਕਿ ਫਿਟਨੈਸ ਨੂੰ ਵੀ ਅਸੀਂ ਬਿਊਟੀ ਟ੍ਰੈਂਡ ਬਣਾਇਆ ਹੋਇਆ ਹੈ ਨਾ। ਮੈਂ ਚਾਹੂੰਗੀ ਕਿ ਤੁਸੀਂ ਇਹਨਾਂ ਦੋਨਾਂ ਦਾ ਸਾਨੂੰ ਫਰਕ ਮਤਲਬ ਕਲੀਅਰ ਕਰੋ ਕਿ ਜਿਹੜੀ ਫਿਟਨੈਸ ਆ ਉਹ ਬਿਊਟੀ ਟ੍ਰੈਂਡ ਨਹੀਂ ਹੈ। ਤੁਸੀਂ ਸਿਰਫ ਸੋਹਣੇ ਦਿਖਣ ਦੇ ਲਈ ਫਿਟ ਹੋਣੇ ਜ਼ਰੂਰੀ ਨਹੀਂ ਆ, ਤੁਹਾਡਾ ਫਿਟ ਹੋਣਾ ਐਕਚੁਅਲ ਦੇ ਵਿੱਚ ਤੁਹਾਡੀ ਮੈਂਟਲ ਹੈਲਥ ਜਾਂ ਮੈਂਟਲ ਹੈਲਥ, ਯੈਸ, ਇਟ ਇਜ਼ ਵੈਰੀ ਇੰਪੋਰਟੈਂਟ। ਯੈਸ, ਮੇਰਾ ਪਰਸਨਲ ਐਕਸਪੀਰੀਅੰਸ ਹੈ ਫਿਟਨੈਸ ਦੇ ਨਾਲ, ਮੇਰਾ ਮਾਈਂਡਸੈਟ ਬਹੁਤ ਜ਼ਿਆਦਾ ਚੇਂਜ ਹੋਇਆ ਹੈ। ਮਾਈਂਡਸੈਟ ਇੱਦਾਂ ਚੇਂਜ ਹੋਇਆ ਕਿ ਮਤਲਬ ਨਹੀਂ, ਆਈ ਹੈਵ ਸਰਟਨ ਗੋਲਸ, ਆਈ ਹੈਵ ਟੂ ਅਚੀਵ ਇਟ, ਐਂਡ ਇੱਕ ਲਾਈਫ 'ਚ ਨਾ ਡਿਸਿਪਲਿਨ, ਡੈਡੀਕੇਸ਼ਨ, ਫੋਕਸ, ਨਾਲੇ ਉਹ ਫਿਟਨੈਸ ਸਿਰਫ ਤੁਹਾਨੂੰ ਫਿਜ਼ੀਕਲ ਅਪੀਅਰੈਂਸ ਨਹੀਂ ਚੇਂਜ ਕਰਦੀ ਹੈ, ਜਸਟ ਆਪਕਾ ਆਊਟਲੁੱਕ ਨਹੀਂ ਚੇਂਜ ਕਰਦੀ ਹੈ, ਬਟ ਹੋਰ ਏਰੀਆ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਜਿੱਦਾਂ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਜਾਂ ਕਿਸੇ ਜੌਬ ਦੇ ਵਿੱਚ ਹੋ, ਕੁਝ ਪ੍ਰੋਬਲਮ ਆ ਗਈ ਜਾਂ ਕੁਝ ਵੀ ਹੈਗਾ ਹੈ ਨਾ, ਤੁਹਾਡਾ ਵਿਲ ਪਾਵਰ ਇੰਨਾ ਸਟਰੋਂਗ ਹੋਗਾ ਕਿ ਤੁਸੀਂ ਆਪਣੇ ਆਪ ਉਹ ਡਿਸੀਜਨ ਲੈ ਸਕਦੇ ਹੋ, ਨਾਲੇ ਤੁਹਾਡੀ ਲਾਈਫ 'ਚ ਕਦੇ ਕੋਈ ਡਿਸਟਰੈਕਸ਼ਨ ਨਹੀਂ ਆਊਗੀ। ਬਿਲਕੁਲ, ਕਿ ਆ ਚੀਜ਼ ਮਤਲਬ ਇੰਪੋਸੀਬਲ ਚੀਜ਼ ਨਹੀਂ ਆਊਗੀ ਕਿ ਮੈਂ ਕਰ ਨਹੀਂ ਸਕਦੀ, ਮੈਂ ਕਰ ਸਕਦੀ ਹਾਂ। ਇੱਕ ਵਾਰ ਫੇਲ ਹੋंगे, 2 बार, 3 बार, 4 बार, 5वीं बार तो मैं कर सकती है ना।
ਸੋ ਉਹ ਵਿਲ ਪਾਵਰ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ, ਨਾਲੇ ਉਹ ਫਿਟਨੈਸ ਦੇ ਨਾਲ ਹੀ ਹੁੰਦਾ ਹੈ। ਮੇਰਾ ਪਰਸਨਲ ਐਕਸਪੀਰੀਅੰਸ ਹੈ। ਮੈਨੂੰ ਲੱਗਦਾ ਹੈ ਕਿ ਜ਼ਰੂਰੀ ਨਹੀਂ ਕਿ ਅਗਰ ਤੁਸੀਂ ਜੌਬ ਹੀ ਕਰਦੇ ਹੋ, ਅਗਰ ਤੁਸੀਂ ਘਰ ਵੀ ਰਹਿੰਦੇ ਹੋ, ਤੁਸੀਂ ਹਾਊਸ ਵਾਈਫ ਹੋ ਜਾਂ ਤੁਸੀਂ ਹੋਮ ਮੇਕਰ ਵੀ ਹੋ, ਤਾਂ ਯੈਸ ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਇਹ ਚੀਜ਼ ਜ਼ਰੂਰੀ ਆ। ਜਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਗਰ ਤੁਸੀਂ ਫਿਟ ਹੋਵੋਗੇ ਤਾਂ ਮਾੜੀ ਗੱਲ ਨਹੀਂ ਹੈ, ਇਹਦਾ ਤੁਹਾਨੂੰ ਫਾਇਦਾ ਹੀ ਹੋਣਾ ਹੈ ਨਾ। ਬੇਸਿਕ ਡਾਈਟ ਜਿੱਦਾਂ ਆਫਟਰ ਪ੍ਰੈਗਨੈਂਸੀ, ਤੁਸੀਂ ਵੀ ਮਦਰ ਹੋ, ਤੁਸੀਂ ਵੀ ਉਸ ਸਟੇਜ ਚੋਂ ਨਿਕਲ ਕੇ ਆਏ ਹੋ। ਬਹੁਤ ਅਰਲੀ ਏਜ ਦੇ ਵਿੱਚ ਸਾਡੀਆਂ ਮਦਰਸ ਜਿਹੜੀਆਂ 60-70s ਦੀ ਏਜ 'ਚ ਜਾ ਕੇ ਕਹਿੰਦੀਆਂ ਸੀ ਕਿ ਮੇਰਾ ਗੋਡਾ ਦੁਖਦਾ, ਜਾਂ ਉਹਨਾਂ ਨੂੰ ਕੈਲਸ਼ੀਅਮ ਡੈਫੀਸ਼ੀਐਂਸੀ ਹੋ ਗਈ, ਆਇਰਨ ਉਹਨਾਂ 'ਚ ਘਟ ਗਿਆ ਨਾ, ਉਹ ਅਸੀਂ ਹੁਣ 30 ਦੀ ਏਜ 'ਚ ਕੰਪਲੇਨ ਕਰ ਰਹੇ ਹਾਂ ਕਿ ਮੈਨੂੰ ਮਤਲਬ ਕੈਲਸ਼ੀਅਮ ਡੈਫੀਸ਼ੀਐਂਸੀ ਆ ਰਹੀ ਆ, ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਨੇਗੀਆਂ ਨਾ। ਸੋ ਆਫਟਰ ਪ੍ਰੈਗਨੈਂਸੀ ਤੁਹਾਡੀ ਡਾਈਟ ਜਿਹੜੀ ਹੈ ਤੁਹਾਡੀ ਪਹਿਲੀ ਲਾਈਫ ਦੇ ਨਾਲੋਂ ਡਿਫਰੈਂਟ ਹੋਣੀ ਕਿਉਂ ਜ਼ਰੂਰੀ ਹੈ? ਐਂਡ ਤੁਹਾਡੀ ਮੀਲ, ਤੁਹਾਡੀ ਡਾਈਟ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਨ ਜਨਰਲ ਇਨਕਲੂਡ ਹੋਣੀਆਂ ਚਾਹੀਦੀਆਂ? ਉਸ ਤੋਂ ਪਹਿਲੇ ਮੈਂ ਇੱਕ ਗੱਲ ਕਹਾਂਗੀ, ਬਿਕੋਜ਼ ਆਈ ਡੀਲ ਵਿਦ ਲੋਟ ਆਫ ਕਲਾਇੰਟਸ। ਤੋਂ 19-20 ਸਾਲਾਂ ਦੀ ਕੁੜੀਆਂ ਨੂੰ PCOD, ਥਾਇਰੋਇਡ ਇੰਨਾ ਜ਼ਿਆਦਾ ਹੈ, ਬਿਕੋਜ਼ ਕੇਅਰ ਨਹੀਂ ਕਰਦੇ। ਕਈ ਹੌਸਟਲ ਦੇ ਵਿੱਚ ਰਹਿੰਦੇ ਹੈ, ਜਾਂ ਕਈ ਯੂਨੀਵਰਸਿਟੀ, ਜੋ ਵੀ ਹੈ, ਮਤਲਬ ਫਾਸਟ ਫੂਡ, ਪ੍ਰੋਸੈਸ ਫੂਡ ਇੰਨਾ ਜ਼ਿਆਦਾ ਵੱਧ ਗਿਆ ਨਾ। ਹੈਂਗ ਆਊਟ ਕਰਨਾ ਫਰੈਂਡਸ ਦੇ ਨਾਲ ਕੁਝ ਵੀ ਖਾ ਲੈਣਾ ਹੈ ਨਾ। ਸੋ ਉਹ ਚੀਜ਼ਾਂ ਦੇ ਵਿੱਚ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਫਾਸਟ ਫੂਡ, ਪ੍ਰੋਸੈਸ ਫੂਡ, ਕੋਲਡ ਡਰਿੰਕਸ, ਉਹ ਕਦੇ ਵੀ ਮੈਂ ਮਤਲਬ ਹਾਂ ਕਦੇ ਵੀ ਨਹੀਂ। ਸੋ ਉਹ ਸਭ ਤੋਂ ਪਹਿਲਾਂ ਉਹ ਚੀਜ਼ ਨੂੰ ਕੱਟ ਆਫ ਕਰੋ। ਫਾਸਟ ਫੂਡ, processed food, sugar it's like a poison, to be very honest. And cold drinks, so ਉਹ ਚੀਜ਼ਾਂ ਨੂੰ ਕੱਟ ਆਫ ਕਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੌਲੇ ਤੁਸੀਂ ਗ੍ਰੀਨ ਵੈਜੀਟੇਬਲਸ, ਸੈਲਡਸ, ਕਲਰਫੁਲ ਸੈਲਡਸ ਐਂਡ ਵੈਜੀਟੇਬਲਸ, ਪਲੱਸ ਕੰਪਲੈਕਸ ਕਾਰਬਸ ਐਡ ਕਰੋ। ਥੋੜਾ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪ੍ਰੋਟੀਨ ਦਾ ਸਾਡੇ ਇੰਡੀਆ ਦੀ ਡਾਇਟ, ਸਪੈਸ਼ਲੀ ਏਸ਼ੀਅਨ ਡਾਇਟ ਦੇ ਵਿੱਚ ਕੋਈ ਵੀ ਮੀਲ ਦੇ ਵਿੱਚ ਪ੍ਰੋਟੀਨ ਨਹੀਂ ਹੁੰਦਾ ਹੈ। ਦਾਲਾਂ ਦੇ ਵਿੱਚ ਕਿੰਨੀ ਦਾਲ ਖਾ ਲੋਗੇ ਤੁਸੀਂ? ਬਿਲਕੁਲ। ਤਾਂ ਪ੍ਰੋਟੀਨ ਬਹੁਤ ਜ਼ਰੂਰੀ ਹੈ, ਬਿਕੋਜ਼ ਇਫ ਯੂ ਵਾਂਟ ਟੂ ਕੱਟ ਆਫ ਯੋਰ ਫੈਟ, ਇਫ ਯੂ ਵਾਂਟ ਟੂ ਰਿਡਿਊਸ ਯੋਰ ਵੇਟ, ਇਫ ਯੂ ਵਾਂਟ ਟੂ ਬਿਲਡ ਯੋਰ ਲੀਨ ਮਸਲਸ, ਪ੍ਰੋਟੀਨ ਬਹੁਤ ਜ਼ਰੂਰੀ ਹੈ ਹਰ ਮੀਲ ਦੇ ਵਿੱਚ, ਭਾਵੇਂ ਤੁਸੀਂ ਵੈਜੀਟੇਰੀਅਨ ਹੋ, ਨਾਨ ਵੈਜੀਟੇਰੀਅਨ ਹੋ। ਅਤੇ ਕਾਫੀ ਸਾਰੇ ਆਪਸ਼ਨ ਨੇ, ਬਿਕੋਜ਼ ਕਈ ਲੋਕਾਂ ਦਾ ਐਕਸਕਿਊਜ਼ ਹੁੰਦਾ ਹੈ ਕਿ ਅਸੀਂ ਵੈਜੀਟੇਰੀਅਨ ਹੈ, ਸਾਨੂੰ ਤਾਂ ਪ੍ਰੋਟੀਨ ਮਿਲਦਾ ਨਹੀਂ ਹੈ। ਇੱਦਾਂ ਨਹੀਂ ਹੁੰਦਾ। ਬਿਲਕੁਲ। ਜਿਵੇਂ ਮੰਨ ਲਓ ਜਿਹੜੇ ਤਾਂ ਲੋਕੀ ਜਿਮ ਜਾਂਦੇ ਨੇ ਜਾਂ ਜਿਮ ਜਾ ਸਕਦੇ ਨੇ, ਉਹ ਉੱਥੇ ਜਾ ਕੇ ਐਕਸਰਸਾਈਜ਼ ਕਰ ਸਕਦੇ ਨੇ। ਜਿਹੜੀਆਂ ਲੇਡੀਜ਼ ਘਰ ਦੇ ਵਿੱਚ ਨੇਗੀਆਂ ਪਰ ਉਹ ਐਕਸਰਸਾਈਜ਼ ਕਰਨਾ ਚਾਹੁੰਦੀਆਂ ਨੇ, ਘਰ ਦੇ ਇਹੋ ਜਿਹੇ ਕਿਹੜੇ ਕੰਮ ਨੇ, ਜਾਂ ਕੰਮ ਨੂੰ ਨਾ ਕਰਕੇ ਕੰਮ ਤੋਂ ਇਲਾਵਾ ਹੋਰ ਕਿਹੜੀਆਂ ਬੇਸਿਕ ਐਕਸਰਸਾਈਜ਼ਸ ਨੇ ਜਿਹੜੀਆਂ ਕਿ ਉਹ ਘਰ ਕਰ ਸਕਦੇ ਨੇ ਬੜੇ ਆਰਾਮ ਦੇ ਨਾਲ? ਜੇ ਤੁਸੀਂ ਫਿਟ ਹੋਣਾ ਚਾਹੁੰਦੇ ਹੋ, ਜ਼ਰੂਰੀ ਨਹੀਂ ਹੈ ਤੁਸੀਂ ਜਿਮ ਜਾਓ ਜਾਂ ਕੋਈ ਫਿਟਨੈਸ ਸੈਂਟਰ ਜੁਆਇਨ ਕਰੋ, ਨੋ ਨੀਡ ਇਟ। ਤੁਸੀਂ ਬਾਡੀ ਵੇਟ ਦੇ ਨਾਲ ਵੀ ਹੌਲੀ ਸਲੋਲੀ ਗ੍ਰੈਜੂਅਲੀ ਤੁਸੀਂ ਐਕਸਰਸਾਈਜ਼ ਸਟਾਰਟ ਕਰ ਸਕਦੇ ਹੋ। ਬਹੁਤ ਸਾਰੀ ਐਕਸਰਸਾਈਜ਼ ਹੈ, ਜੰਪਿੰਗ ਜੈਕਸ, ਮਾਊਂਟੇਨ ਕਲਾਈਮਿੰਗ, ਬਟ ਯੂ ਹੈਵ ਟੂ ਸਟਾਰਟ ਸਲੋਲੀ ਐਂਡ ਗ੍ਰੈਜੂਅਲੀ। ਤੁਸੀਂ ਵਾਕ ਕਰ ਸਕਦੇ ਹੋ, ਜਾਂ ਕੋਈ ਸਪੋਰਟਸ ਤੁਹਾਨੂੰ ਪਸੰਦ ਹੈ ਤੁਸੀਂ ਉਹ ਖੇਡ ਸਕਦੇ ਹੋ। ਸੋ ਫਿਟ ਹੋਣੇ, ਇਟ ਡਜ਼ਨਟ ਮੀਨ ਕਿ ਤੁਸੀਂ ਫਿਟ ਹੋਣਾ ਹੈ ਤੇ ਤੁਸੀਂ ਜਿਮ ਜਾ ਕੇ ਫਿਟ ਹੋ ਸਕਦੇ ਹੋ, ਉਹ ਮਿਸਕਨਸੈਪਸ਼ਨ ਹੈ। ਤੇ ਉਹਦੇ ਲਈ ਸਾਡੇ ਘਰ ਦੇ ਜਿਵੇਂ ਛੋਟੇ ਕੰਮ ਨੇ, ਝਾੜੂ ਲਾ ਲੈ, ਜਿਵੇਂ ਸਾਡੇ ਮਦਰਸ ਨਹੀਂ ਇਦਾਂ ਦਾ ਨਹੀਂ ਹੁੰਦਾ ਕੁਝ ਵੀ ਕਿ ਝਾੜੂ ਲਾ ਕੇ, ਪੋਚਾ ਲਾ ਕੇ ਤੁਸੀਂ ਪਤਲੇ ਹੋ ਜਾਓਗੇ। ਨਾ। ਕਿਉਂਕਿ ਹੁਣ ਤੱਕ ਇਹ ਮਿੱਥ ਹੈ ਕਿ ਜਿਹੜੀ ਝਾੜੂ ਪੋਚਾ ਬੈਸਟ ਐਕਸਰਸਾਈਜ਼। ਨਹੀਂ, ਉਹ ਸਾਰਾ ਕੁਝ ਮਿੱਥ ਹੈ। ਮੈਂ ਸਾਰਾ ਕੁਝ ਐਕਸਪੈਰੀਮੈਂਟ ਕੀਤਾ ਹੋਇਆ ਹੈ। ਹਾਂ, ਸੋ ਇੱਦਾਂ ਦਾ ਕੁਝ ਨਹੀਂ। ਬਟ ਹਾਂ, ਘਰ ਦੇ ਕੰਮ ਤੁਸੀਂ ਕਰ ਸਕਦੇ ਹੋ, ਤੁਸੀਂ ਐਕਟਿਵ ਰਹਿ ਸਕਦੇ ਹੋ, ਬਟ ਉਹਦੇ ਇਲਾਵਾ ਤੁਸੀਂ 1 ਆਵਰ ਆਪਣੇ ਲਈ ਕੱਢੋ ਵਰਕਆਊਟ ਦੇ ਲਈ। ਤੇ ਪ੍ਰੋਪਰ ਮਾਈਂਡ ਸੈਟ ਫਿਕਸ ਕਰਕੇ ਕਿ ਮੈਂ ਕੰਸਿਸਟੈਂਸੀ, ਬਿਕੋਜ਼ ਕਈ ਲੋਕਾਂ ਦਾ ਹੁੰਦਾ ਹੈ 1 ਦਿਨ, 2 ਦਿਨ, 3 ਦਿਨ। ਹੁਣ ਮੇਰੇ ਹੱਥ ਉੱਪਰ ਕਰ ਦਿੰਦੇ, ਮੇਰੇ ਬਸ ਦੀ ਮੈਂ ਨਹੀਂ ਕਰ ਸਕਦੀ। ਸੋ ਇੱਦਾਂ ਨਹੀਂ ਹੈ, ਤੁਸੀਂ ਕਰ ਸਕਦੇ ਹੋ, ਬਟ ਸਲੋਲੀ ਗ੍ਰੈਜੂਅਲੀ ਸਟਾਰਟ ਕਰੋ। 1 ਆਵਰ ਆਪਣੇ ਲਈ ਕੱਢੋ ਹੀ ਕੱਢੋ, ਭਾਵੇਂ ਤੁਸੀਂ ਜਿੰਨੇ ਮਰਜ਼ੀ ਬਿਜ਼ੀ ਹੋ। 1 ਘੰਟਾ ਭਾਵੇਂ ਮਾਰਨਿੰਗ ਜਾਂ ਈਵਨਿੰਗ, ਬਹੁਤ ਜ਼ਰੂਰੀ ਨੇ। ਰਾਈਟ। ਅਤੇ ਮੈਂ ਚਾਹੂੰਗੀ ਕਿ ਐਂਡ ਦੇ ਉੱਪਰ ਤੁਸੀਂ ਆਪਣੀ ਪੂਰੀ ਜਰਨੀ ਨੂੰ ਦੇਖਦਿਆਂ ਹੋਇਆਂ, ਜਿਵੇਂ ਤੁਸੀਂ ਸਟਰਗਲ ਕੀਤਾ, ਤੁਸੀਂ ਸਟਾਰਟ ਕੀਤਾ ਐਂਡ ਤੁਸੀਂ ਓਵਰਕਮ ਕੀਤਾ ਆਪਣੀ ਡਿਪਰੈਸ਼ਨ ਨੂੰ, ਤੁਸੀਂ ਸਕਸੈਸਫੁਲ ਫਿਟਨੈਸ ਟ੍ਰੇਨਰ ਹੋ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇੱਕ ਮੈਸੇਜ ਮੈਂ ਚਾਹੂੰਗੀ ਕਿ ਤੁਸੀਂ ਸਾਡੀ ਆਡੀਅנס ਨੂੰ, ਭਾਵੇਂ ਉਹ ਮੇਲ ਹੈ ਜਾਂ ਫੀਮੇਲ ਹੈ, ਕਿ ਉਹਨਾਂ ਨੂੰ ਤੁਸੀਂ ਜ਼ਰੂਰ ਕੁਛ ਕਹੋ। ਮੇਰਾ ਪ੍ਰੋਫੈਸ਼ਨ ਫਿਟਨੈਸ ਹੈ, ਮੇਰਾ ਪੈਸ਼ਨ ਹੈ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਪ੍ਰੋਫੈਸ਼ਨ ਹੈ।
ਜੇ ਮੈਂ ਉਹਨੂੰ ਪ੍ਰੋਫੈਸ਼ਨ ਬਣਾਇਆ ਹੁੰਦਾ ਮੈਂ ਕਦੇ ਸਕਸੈਸਫੁਲ ਨਹੀਂ ਹੁੰਦੀ। ਸੋ ਆਲਵੇਜ਼ ਫੋਲੋ ਯੋਰ ਪੈਸ਼ਨ। ਤੁਸੀਂ ਫਿਟਨੈਸ ਦੇ ਹੋ ਜਾਂ ਕੋਈ ਹੋਰ ਤੁਹਾਡਾ ਬਿਜ਼ਨਸ ਹੈ ਜਾਂ ਕੋਈ ਹੋਰ ਪ੍ਰੋਫੈਸ਼ਨ 'ਚ ਹੋ, just make sure if you want to become successful you have to put in the work। दिन रात एक करके जब तुसी मेहनत करते हो सच्ची दिल से, सच्ची नीयत से, साफ दिल से, वो आप वहाँ तक पहुँच जाते हो। बट नेवर एवर सैटिस्फाइड विथ योर सेल्फ कि मैं हुण इत्थे पहुँच गई हाँ, हुण मैं बस नहीं। कदे भी अपने आप तो कदे सैटिस्फाई नहीं होना चाहिए। एक गोल अचीव किया, नैक्सट गोल, उस तो बाद होर गोल। सो इदा ही तुसी सक्सैसफुल होंदे हो लाइफ दे विच। ते ऑलवेज बी ग्राउंडेड, डाउन टू अर्थ ऑलवेज रहना चाहिए, भावें तुसी जिहड़े मर्जी लैवल ते पहुँच जाओ। एंड ऑलवेज बी काइंड। दैट्स व्हाट आई वांट टू से। ਥੈਂਕ ਯੂ ਸੋ ਮਚ। ਤੁਸੀਂ ਸਾਡੇ ਨਾਲ ਗੱਲ ਕੀਤੀ, ਸਾਨੂੰ ਆਪਣਾ ਇੰਨਾ ਸਮਾਂ ਦਿੱਤਾ, ਤੇ ਉਮੀਦ ਹੈ ਕਿ ਤੁਹਾਡੀ ਕਹਾਣੀ ਵੇਖ ਕੇ ਜਾਂ ਫਿਰ ਤੁਹਾਡੀ ਗੱਲਬਾਤ ਸੁਣ ਕੇ ਹੋਰ ਲੋਕੀ ਕੋਸ਼ਿਸ਼ ਕਰਨਗੇ ਕਿ ਉਹ ਆਪਣੀ ਲਾਈਫ ਦੇ ਵਿੱਚ ਜੋ ਉਹਨਾਂ ਨੇ ਕੁਝ ਸੋਚਿਆ ਹੋਇਆ ਸੀਗਾ ਤੇ ਕਿਸੇ ਕਾਰਨ ਕਰਕੇ ਉਹ ਹਾਲੇ ਤੱਕ ਨਹੀਂ ਕਰ ਪਾਏ ਜਾਂ ਕੁਝ ਰੁਕਾਵਟਾਂ ਉਹਨਾਂ ਨੂੰ ਲੱਗੀਆਂ, ਤਾਂ ਉਹਨਾਂ ਰੁਕਾਵਟਾਂ ਤੋਂ ਅੱਗੇ ਜਾ ਕੇ ਆਪਣੀ ਜ਼ਿੰਦਗੀ ਨੂੰ ਦੇਖਣਗੇ ਅਤੇ ਆਪਣੇ ਸੁਪਨੇ ਪੂਰੇ ਕਰਨਗੇ। ਸੋ ਬਹੁਤ ਮਿਹਰਬਾਨੀ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਸਨ ਵੈਸ਼ਨਵੀ ਬੋਰਾ। ਇਹਨਾਂ ਬਾਰੇ ਹੋਰ ਜਾਣਨ ਦੇ ਲਈ ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਹੈਂਡਲ ਤੇ ਜਾ ਸਕਦੇ ਹੋ। ਉੱਥੇ ਇਹਨਾਂ ਦੀਆਂ ਡੇਲੀ ਵੀਡੀਓਜ਼ ਵੀ ਅਪਡੇਟ ਹੁੰਦੀਆਂ ਨੇ ਕਿ ਕਿਵੇਂ ਐਕਸਰਸਾਈਜ਼ ਕਰਦੇ ਨੇ, ਇਹਨਾਂ ਦੀ ਡੇਲੀ ਰੂਟੀਨ ਕੀ ਆ ਅਤੇ ਕਿਹੜੀ ਖੁਰਾਕ ਆ ਜਿਹੜੀ ਤੁਸੀਂ ਆਪਣੇ ਰੋਜ਼ ਦੇ ਖਾਣੇ ਦੇ ਵਿੱਚ ਲੈ ਸਕਦੇ ਹੋ, ਕਿਹੜੀਆਂ ਚੀਜ਼ਾਂ ਤੁਹਾਡੀ ਡਾਈਟ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ। ਸੋ ਇੱਕ ਫਿਟਨੈਸ ਟ੍ਰੇਨਰ ਤਾਂ ਹੈਗੇ ਹੀ ਨੇ, ਪਰ ਇਹਨਾਂ ਦੀ ਕਹਾਣੀ ਲੈ ਕੇ ਆਉਣ ਦਾ ਖਾਸ ਕਾਰਨ ਇਹੀ ਸੀਗਾ ਕਿ ਸਾਡੇ ਬਹੁਤ ਵੱਡੀ ਮਿੱਥ ਹੁੰਦੀ ਹੈ ਕਿ ਜਦੋਂ ਇੱਕ ਔਰਤ ਮਾਂ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਆ, ਕਿਉਂਕਿ ਸਮਾਜ ਖਤਮ ਕਰ ਦਿੰਦਾ, ਸੁਸਾਇਟੀ ਖਤਮ ਕਰਦੀ ਹੈ। ਸੁਸਾਇਟੀ ਉਹਦੇ ਤੋਂ ਇਹ ਚੀਜ਼ਾਂ ਐਕਸਪੈਕਟ ਕਰਨ ਲੱਗ ਜਾਂਦੀ ਹੈ ਕਿ ਹੁਣ ਤੁਸੀਂ ਮਦਰ ਬਣ ਚੁੱਕੀ ਹੋ, ਹੁਣ ਤੁਸੀਂ ਆਪਣੇ ਲਈ ਸੋਚਣਾ ਬੰਦ ਕਰ ਦਿਓ, ਹੁਣ ਤੁਸੀਂ ਜੋ ਵੀ ਸੋਚੋਗੇ ਆਪਣੇ ਬੱਚੇ ਲਈ ਸੋਚੋਗੇ, ਜੋ ਵੀ ਜ਼ਿੰਦਗੀ 'ਚ ਤੁਸੀਂ ਕਰੋਗੇ ਆਪਣੇ ਪਰਿਵਾਰ ਲਈ ਜਾਂ ਆਪਣੇ ਬੱਚੇ ਲਈ ਕਰੋਗੇ। ਸੋ ਬਹੁਤ ਸਾਰੇ ਇੱਦਾਂ ਦੇ ਕੇਸਿਸ ਨੇ ਮੈਂਟਲ ਹੈਲਥ ਦੇ ਜਿਹੜੇ ਕਿ ਮਾਂ ਬਣਨ ਤੋਂ ਬਾਅਦ ਆਉਂਦੇ ਨੇ ਅਤੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਕਿ ਇਹ ਇੱਦਾਂ ਹੀ ਕਰਦੇ ਨੇ, ਇਹ ਜਾਣਬੁੱਝ ਕੇ ਕਰ ਰਹੇ ਨੇ, ਸ਼ਾਇਦ ਇਹ ਅਟੈਂਸ਼ਨ ਸੀਕਰ ਹੋ ਰਹੇ ਨੇ ਕਿ ਸਿਰਫ ਅਟੈਂਸ਼ਨ ਲਈ ਕਰ ਰਹੇ ਨੇ। ਪਰ ਵਾਕਈ ਇਹ ਰਿਐਲਿਟੀ ਹੈ। ਅਸੀਂ ਕਿਸੇ ਦਿਨ ਇਸ ਚੀਜ਼ ਦੇ ਉੱਪਰ ਵੀ ਗੱਲ ਕਰਾਂਗੇ ਕਿਸੇ ਇੱਕ ਐਕਸਪਰਟ ਦੇ ਨਾਲ ਕਿ ਪ੍ਰੈਗਨੈਂਸੀ ਤੋਂ ਬਾਅਦ ਜਾਂ ਬੱਚੇ ਦੀ ਡਿਲੀਵਰੀ ਤੋਂ ਬਾਅਦ ਕਿੰਨੀਆਂ % ਔਰਤਾਂ ਨੇ ਇੰਡੀਆ ਦੇ ਵਿੱਚ ਜਿਹੜੀਆਂ ਕਿ ਪੋਸਟਮਾਰਟਮ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ ਅਤੇ ਉਸ ਡਿਪਰੈਸ਼ਨ ਨੂੰ ਅਸੀਂ ਬਹੁਤ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਉਹਦੇ ਨਤੀਜੇ ਨੇ ਜਿਹੜੇ ਉਹ ਅੱਗੇ ਜਾ ਕੇ ਹੋਰ ਭਿਆਨਕ ਹੋ ਜਾਂਦੇ ਨੇ। ਸੋ ਅੱਜ ਇਹਨਾਂ ਦੀ ਕਹਾਣੀ ਲੈ ਕੇ ਆਉਣ ਦਾ ਇਹੀ ਕਾਰਨ ਸੀਗਾ ਕਿ ਇੱਕ ਔਰਤ ਨੂੰ ਬੱਚੇ ਤੋਂ ਬਾਅਦ ਡਿਪਰੈਸ਼ਨ ਹੋ ਸਕਦਾ ਆ ਅਤੇ ਜਿਹੜੀਆਂ ਔਰਤਾਂ ਇਸ ਡਿਪਰੈਸ਼ਨ ਦੇ ਵਿੱਚ ਨੇ ਤਾਂ ਉਹਨਾਂ ਦੇ ਲਈ ਇੱਕ ਮੈਸੇਜ ਸੀਗਾ ਕਿ ਅਗਰ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਇਸ ਸਿਚੁਏਸ਼ਨ ਦੇ ਵਿੱਚੋਂ, ਸਥਿਤੀ ਦੇ ਵਿੱਚੋਂ ਬਾਹਰ ਆ ਸਕਦੇ ਹੋ। ਤੁਹਾਡੀ ਜ਼ਿੰਦਗੀ 'ਚ ਜੋ ਤੁਸੀਂ ਸੋਚਿਆ ਹੋਇਆ ਤੁਸੀਂ ਆਪਣੀ ਮਿਹਨਤ ਦੇ ਨਾਲ, ਲਗਨ ਦੇ ਨਾਲ, ਪੋਜ਼ਿਟਿਵਿਟੀ ਦੇ ਨਾਲ ਉਹ ਜ਼ਰੂਰ ਪੂਰਾ ਕਰ ਸਕਦੇ ਹੋ। ਉਮੀਦ ਹੈ ਕਿ ਅੱਜ ਦੀ ਇਸ ਗੱਲਬਾਤ ਨੂੰ ਤੁਸੀਂ ਪਸੰਦ ਕਰੋਗੇ। ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।